ਤੋਹਰਾ ਗੋਰਖ ਉਰ ਉਲ ਸਾਇਕੈ ਕੀਨੀ ਜਾਨ ਰਜਾਈ। ਜਾਨੀ ਮਨ ਇਹ ਅਨ ਹੈ ਜਾਂ ਕੋ ਤੇਜ ਸੁਭਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ ਅੰਤਰਜਾਮੀ ਭਗਤ ਵਤਸਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਪਾਵਨ ਪਵਿੱਤਰ ਪ੍ਰਸੰਗ ਚੱਲ ਰਹੀ ਲੜੀਵਾਰ ਕਥਾ ਦੇ ਵਿੱਚ ਸਤਿਗੁਰੂ ਮਹਾਰਾਜ ਸਿੱਧਾਂ ਨੂੰ ਉਹਨਾਂ ਦੇ ਹੰਕਾਰ ਦੀ ਨਿਵਰਤੀ ਵਾਸਤੇ ਸਿੱਧਾ ਕਰਨ ਵਾਸਤੇ ਪਹੁੰਚੇ ਨੇ ਸੁਮੇਰ ਪਰਬਤ ਤੇ। ਗੋਰਖ ਜੀ ਚੱਲ ਕੇ ਆਏ ਹਨ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਮਝਾਉਣ ਦਾ ਯਤਨ ਕਰਨ ਲੱਗੇ ਨੇ, ਕਿਉਂਕਿ ਉਹਨਾਂ ਨੂੰ ਗਿਆਨ ਨਹੀਂ ਕਿ ਮਹਾਰਾਜ ਸੱਚੇ ਪਾਤਸ਼ਾਹ ਕੌਣ ਹਨ। ਫਿਰ ਉੱਥੋਂ ਅਲੋਪ ਹੋ ਕੇ ਵਾਪਸ ਸਿੱਧ ਮੰਡਲੀ ਦੇ ਵਿੱਚ ਪਹੁੰਚੇ ਹਨ। ਬਚਨ ਹੋਇਆ ਕਿ ਕੋਈ ਸਿੱਧ ਜਾਓ। ਗੁਰੂ ਨਾਨਕ ਦੇਵ ਜੀ ਬਾਰੇ ਕਹਿਣ ਲੱਗੇ ਕਿ ਉਹਨਾਂ ਨੂੰ ਆਪਣੇ ਸ਼ਕਤੀ ਦੇ ਨਾਲ ਕਾਬੂ ਕਰਕੇ ਲਿਆਓ ਤਾਂ ਕਿ ਆਪਾਂ ਉਹਨਾਂ ਨੂੰ ਆਪਣੇ ਚੇਲੇ ਬਣਾ ਸਕੀਏ। ਉਹ ਆਪਣੇ ਧਰਮ ਦੇ ਵਿੱਚ ਜੇ ਆ ਜਾਣਗੇ, ਹਮਰਾ ਪੰਥ ਕਰੇ ਉਜਿਆਲਾ, ਸਾਡੇ ਪੰਥ ਨੂੰ ਜੋ ਸਾਡਾ ਸਿੱਧ ਮਤ ਹੈ ਇਹਨੂੰ ਉੱਚਾ ਚੁੱਕ ਦੇਣਗੇ, ਕਿਉਂਕਿ ਉਹਨਾਂ ਕੋਲ ਤਾਕਤ ਵੀ ਤਾਂ ਬਹੁਤ ਹੈ। ਸੋ ਇਸ ਤਰ੍ਹਾਂ ਕਰਨ ਦੇ ਨਾਲ ਉੱਥੇ ਬੈਠੇ ਹੋਏ ਬੋਲੇ ਹਨ ਮਛੰਦਰਨਾਥ, ਮੈਂ ਜਾਂਦਾ, ਮੈਂ ਸਿੱਧਾ ਕਰਕੇ ਲੈ ਕੇ ਆਵਾਂਗਾ, ਮੇਰੇ 'ਚ ਬਹੁਤ ਤਾਕਤ। ਗੋਰਖ ਜੀ ਨੇ ਵੀ ਜਾਣਿਆ ਕਿ ਵਾਕਈ ਮਛਿੰਦਰ ਵਿੱਚ ਤਾਕਤ ਬਹੁਤ ਹੈ। ਸੋ ਮਹਾਰਾਜ ਨੇ ਬਾਣੀ ਅੰਦਰ ਵੀ ਇਹਦਾ ਨਾਮ ਉਚਾਰਨ ਕੀਤਾ, ਸੁਣ ਮਛਿੰਦਰਾ ਨਾਨਕ ਬੋਲੇ ਵਸਗਤ ਪੰਚ ਕਰੈ ਨਹਿ ਡੋਲੇ। ਭਰਥਰੀ ਦਾ ਨਾਮ ਵੀ ਗੁਰਬਾਣੀ ਅੰਦਰ ਹੈ। ਬਹੁਤੇ ਸਿੱਧਾਂ ਦਾ ਨਾਮ ਗੁਰਬਾਣੀ ਵਿੱਚ ਆਉਂਦਾ। ਸੋ ਮਹਾਰਾਜ ਦਾ ਭਾਵ ਕਿਸੇ ਨੂੰ ਕਦੇ ਵੀ ਹਰਾਉਣ ਦਾ ਨਹੀਂ ਹੁੰਦਾ, ਸਮਝਾਉਣ ਦਾ ਹੁੰਦਾ। ਹਰੇਕ ਬੰਦੇ ਨੂੰ ਸਮਝਾ ਕੇ ਸਹੀ ਮਾਰਗ ਤੇ ਪਰਮੇਸ਼ਰ ਲਾਉਂਦੇ ਨੇ। ਸ਼ਰਵਣ ਕਰਦੇ ਹਾਂ ਅੱਗੇ ਕਥਾ। ਰਸਨਾ ਨੂੰ ਪਵਿੱਤਰ ਕਰੀਏ, ਪਿਆਰ ਨਾਲ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਗੋਰਖ ਉਰ ਉਲ ਸਾਇਕੈ ਕੀਨੀ ਜਾਨ ਰਜਾਏ। ਗੋਰਖ ਨੇ ਆਪਣੇ ਮਨ ਦੇ ਅੰਦਰ ਬਹੁਤ ਖੁਸ਼ ਹੋ ਕੇ ਮਛਿੰਦਰ ਨੂੰ ਜਾਣ ਦੀ ਆਗਿਆ ਦਿੱਤੀ। ਜਾਨੀ ਮਨ ਇਹ ਆਨ ਹੈ ਜਾਂ ਕੋ ਤੇਜ ਸੁਭਾਏ। ਮਨ ਦੇ ਅੰਦਰ ਜਾਣ ਲਿਆ ਕਿ ਇਹ ਲੈ ਕੇ ਆਵੇਗਾ, ਕਿਉਂਕਿ ਇਹਦਾ ਜਿਹੜਾ ਸੁਭਾਅ ਹੈ ਬਹੁਤ ਤੇਜ ਹੈ, ਬੜੀ ਸ਼ਕਤੀ ਵਾਲਾ ਹੈ। ਜਿਉਂ ਗਜ ਨਿਜ ਉਰ ਗਰਭ ਕਰ ਸਿੰਘ ਜੀਤਨੇ ਚਾਏ। ਜਿਸ ਤਰ੍ਹਾਂ ਗਜ ਹਾਥੀ ਆਪਣੇ ਮਨ ਦੇ ਅੰਦਰ ਹੰਕਾਰ ਕਰਕੇ ਸਿੰਘ ਹੁੰਦਾ ਸ਼ੇਰ, ਸ਼ੇਰ ਨੂੰ ਜਿੱਤਣ ਵਾਸਤੇ ਤੁਰਿਆ ਹੋਵੇ। ਬਿਰਗ ਕੋ ਪਠੈ ਵੰਗਾਰ ਕੈ ਸੋ ਗਮਨਿਓ ਇਹ ਭਾਏ। ਇਸ ਤਰ੍ਹਾਂ ਜਿਵੇਂ ਕੋਈ ਮਿਰਗ ਹੁੰਦਾ ਔਰ ਮਿਰਗ ਕੋ ਪਠੈ ਵੰਗਾਰ ਕੈ ਸੋ ਗਮਨਿਓ ਇਹ ਭਾਏ। ਜਿਵੇਂ ਮਿਰਗ ਨੂੰ ਕੋਈ ਵੰਗਾਰ ਕੇ ਕਹਿ ਦੇ ਸ਼ਾਬਾਸ਼, ਜਾ ਕੇ ਸ਼ੇਰ ਨੂੰ ਮਾਰ ਦੇ। ਇਹ ਮਿਰਗ ਗੁਰੂ ਨਾਨਕ ਦੇਵ ਜੀ ਰੂਪ ਸ਼ੇਰ ਨੂੰ ਮਾਰਨ ਵਾਸਤੇ
ਜਿੱਤਣ ਲਈ ਮਛਿੰਦਰ ਚੱਲਿਆ ਹੈ। ਕਵਿਤ ਆਇਓ ਤਬ ਧਾਏ ਗੁਰੂ ਨਾਨਕ ਸੁਹਾਏ ਜਹ ਬਚਨ ਅਲਾਵਾ ਬਾਲੇ ਆਇਓ ਕੌਣ ਕਾਜ ਕੋ। ਸੋ ਉਸ ਵਕਤ ਧਾ ਕੇ ਆਇਆ, ਰਿੱਧੀ ਸਿੱਧੀ ਦੀ ਸ਼ਕਤੀ ਨਾਲ ਉੱਥੇ ਉੱਡ ਕਰਕੇ ਜਿੱਥੇ ਗੁਰੂ ਨਾਨਕ ਦੇਵ ਜੀ ਸੋਭਨੀਕ ਹੋ ਰਹੇ ਬਚਨ ਕਿਹਾ ਕਿ ਬਾਲੇ ਆਇਓ ਕੌਣ ਕਾਜ ਕੋ। ਬਾਲਕ, ਬਾਲੇ ਇੱਥੇ ਭਾਈ ਬਾਲੇ ਦਾ ਨਾਮ ਨਹੀਂ, ਬਾਲਕ ਤੋਂ ਭਾਵ ਬੱਚਾ। ਗੁਰੂ ਨਾਨਕ ਦੇਵ ਜੀ ਨੂੰ ਸਿੱਧ ਬਾਲਾ ਹੀ ਦੱਸਦੇ ਸੀ, ਬੱਚਾ ਹੀ। ਕਹਿੰਦੇ ਬਾਲਕ ਤੂੰ ਇੱਥੇ ਕਿਵੇਂ ਆਇਆ ਹੈ। ਭਾਵ ਕਹਿਣ ਦਾ ਇਹ ਬੜੀ ਇੱਕ ਤਰੀਕੇ ਵਾਲੀ ਗੱਲ ਹੁੰਦੀ, ਪਹਿਲਾਂ ਤਾਂ ਬਾਲਕ ਕਹਿ ਕੇ ਛੋਟਾ ਕਰ ਲੈਣਾ ਅਗਲੇ ਨੂੰ। ਕਹਿੰਦੇ ਬਾਲਕ ਤੂੰ ਇੱਥੇ ਕਿਵੇਂ ਆਇਆ ਹੈ। ਸਖਤ ਸੋ ਰਾਖੋ ਕਿਦੋ ਨਾਹੀ ਮੂਸੋ ਵਾਕ ਕਹੋ ਸੱਚ ਹੀ ਬਖਾਨੋ ਇਹਾਂ ਬੋਲੀ ਐ ਨਾ ਪਾਜ ਕੋ। ਕਹਿੰਦੇ ਕੋਈ ਸ਼ਕਤੀ ਵੀ ਰੱਖਦੇ ਹੋ ਕਿਦੋਂ ਨਾਹੀ ਮੂਸੋ ਵਾਕ ਕਹੋ। ਮੈਨੂੰ ਕੋਈ ਦੱਸੋ ਕਿ ਤੇਰੇ ਅੰਦਰ ਸ਼ਕਤੀ ਹੈ, ਸੱਚੀ ਗੱਲ ਕਹੀਂ, ਇੱਥੇ ਝੂਠ ਨਹੀਂ ਚੱਲਣਾ। ਆਗਾ ਚਲੋ ਚਾਹੇ ਜੋ ਤੂੰ ਲੀਜੈ ਉਪਦੇਸ ਹਮ ਜੋਗ ਚਾਹੋ ਜੋਗ ਲੀਜੈ ਨਾ ਤੋ ਲੀਜੈ ਰਾਜ ਕੋ। ਸੋ ਜੇ ਅੱਗੇ ਤੂੰ ਜਾਣਾ ਚਾਹੁੰਦਾ ਹੈ ਜਿੱਥੇ ਸਿੱਧ ਬੈਠੇ ਨੇ, ਸਾਡੇ ਕੋਲੋਂ ਪਹਿਲਾਂ ਉਪਦੇਸ਼ ਲੈ। ਜੇ ਤੂੰ ਜੋਗ ਚਾਹੁੰਦਾ ਹੈ ਤੈਨੂੰ ਜੋਗ ਦੇਵਾਂਗੇ, ਜੇ ਤੂੰ ਰਾਜ ਚਾਹੁੰਦਾ ਹੈ ਫਿਰ ਤੈਨੂੰ ਰਾਜ ਦੇਵਾਂਗੇ। ਅਸਲ ਵਿੱਚ ਦੁਨੀਆ 'ਚ ਕਿਸੇ ਨੂੰ ਪਤਾ ਹੀ ਨਹੀਂ ਸੀ ਵੀ ਪਰਮੇਸ਼ਰ ਆ ਗਏ ਆਪ। ਇਹ ਛੋਟੇ ਛੋਟੀਆਂ ਸ਼ਕਤੀਆਂ ਵਾਲੇ ਲੋਕ ਹਰੇਕ ਨੂੰ ਹੀ ਆਪਣੇ ਕਾਬੂ ਕਰ ਲੈਂਦੇ ਸੀ, ਭੁਲੇਖੇ ਵਿੱਚ ਤੁਰੇ ਫਿਰਦੇ ਨੇ। ਹੁਣ ਵੀ ਸਾਰੇ ਭੁਲੇਖੇ ਜੀ ਨੇ, ਔਰ ਇਹ ਭੁਲੇਖਾ ਮਹਾਰਾਜ ਹੀ ਦੂਰ ਕਰ ਸਕਦੇ ਨੇ। ਮੇਰੀ ਗੁਰੂ ਗ੍ਰੰਥ ਸਾਹਿਬ ਆਪ ਨਿਰੰਕਾਰ ਨੇ, ਇਹ ਛੇਤੀ ਸੋਝੀ ਨਹੀਂ ਪੈਣ ਦਿੰਦੇ ਮਹਾਰਾਜ ਕਿਸੇ ਨੂੰ। ਔਰ ਗੁਰੂ ਨਾਨਕ ਦੇਵ ਜੀ ਆਪ ਨਿਰੰਕਾਰ ਨੇ। ਇਹ ਤਾਂ ਸਾਡੇ ਆਪਣਿਆਂ ਨੂੰ ਨਹੀਂ ਪਤਾ ਤੇ ਬਾਹਰਲਿਆਂ ਨੂੰ ਕੀ ਪਤਾ ਹੋਣਾ। 10 ਗੁਰਾਂ ਬਾਰੇ ਬਹੁਤਾ ਨਹੀਂ ਪਤਾ ਹੈ, ਸਿਰਫ ਬਹੁਤ ਉੱਚੀ ਅਵਸਥਾ ਦੇ ਮਾਲਕਾਂ ਨੂੰ ਹੀ ਗਿਆਨ ਹੈ ਕਿ ਮਹਾਰਾਜ ਕੌਣ ਨੇ। ਗੁਰੂ ਗ੍ਰੰਥ ਸਾਹਿਬ ਬਾਰੇ ਆਮ ਨੂੰ ਨਹੀਂ ਕਿਸੇ ਨੂੰ ਪਤਾ। ਲੋਕ ਸ਼ਕਤੀ ਦੇ ਉਪਾਸ਼ਕ ਨੇ, ਕਰਾਮਾਤ ਚਾਹੁੰਦੇ ਨੇ ਕਿ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਿਰੰਕਾਰ ਨੇ, ਜੇ ਵੱਡੇ ਨੇ, ਗੁਰਤਾ ਗੱਦੀ ਦੇ ਮਾਲਕ ਨੇ, ਫਿਰ ਸਤਿਗੁਰੂ ਸ਼ਕਤੀ ਦਿਖਾਉਣ। ਇਸੇ ਥਾਂ 'ਤੇ ਹੀ ਲੋਕ ਮਾਰ ਖਾ ਜਾਂਦੇ ਨੇ। ਗੁਰੂ ਸਾਹਿਬ ਸ਼ਕਤੀ ਨਹੀਂ ਦਿਖਾਉਂਦੇ, ਜਿੰਨਾ ਮਰਜ਼ੀ ਕੋਈ ਜ਼ੋਰ ਲਾਵੇ। ਮਹਾਰਾਜ ਕਰਾਮਾਤ ਨਹੀਂ ਦਿਖਾਉਂਦੇ। ਹਾਂ, ਕਿਸੇ ਨੂੰ ਬਹੁਤ ਆਪਣੀ ਉਹਨਾਂ ਦੀ ਮਰਜ਼ੀ ਹੋ ਜਾਏ ਸਿੱਧਾ ਕਰਨਾ, ਫਿਰ ਸਤਿਗੁਰੂ ਐਸਾ ਕਾਰਜ ਕਰਦੇ ਨੇ। ਇਹੀ ਸਾਰੀ ਦੁਨੀਆ ਨੂੰ ਭੁਲੇਖਾ ਪਾਇਆ ਹੋਇਆ ਕਿ ਹਰੇਕ ਕੋਈ ਸਮਝਦਾ ਮਹਾਰਾਜ ਸੱਚੇ ਪਾਤਸ਼ਾਹ ਵਿੱਚ ਸ਼ਕਤੀ ਨਹੀਂ। ਲੋਕਾਂ ਨੇ ਬਹੁਤ ਸਾਰਿਆਂ ਨੇ ਸਰੂਪਾਂ ਦੀ ਬੇਅਦਬੀ ਕੀਤੀ, ਸਰੂਪਾਂ ਦਾ ਪਾੜਨਾ, ਅੱਗ ਲਾਉਣੀ, ਉੱਤੇ ਖੜ ਕੇ ਟੱਪਣਾ, ਬੇਅਦਬੀਆਂ ਬਹੁਤ ਹੋਈਆਂ। ਮਹਾਰਾਜ ਕਿਸੇ ਨੂੰ ਕੁਛ ਨਹੀਂ ਕਹਿੰਦੇ, ਪਰ ਉਹਦੇ ਰੈਕਟ ਵਿੱਚ ਉਹ ਗੱਲ ਪੈ ਗਈ। ਬਸ ਮਹਾਰਾਜ ਜਦੋਂ ਲੇਖ ਵਿੱਚ ਗੱਲ ਪਾ ਲੈਂਦੇ ਨੇ, ਕਿਉਂਕਿ ਉਹ ਸਤਿਗੁਰੂ ਮਹਾਰਾਜ ਜੀ ਛੋਟੀ ਜਿਹੀ ਗੱਲ ਨਹੀਂ ਕਰਦੇ। ਜਿਨ੍ਹਾਂ ਨੇ ਬੇਅਦਬੀ ਕੀਤੀ ਉਹਦੀ ਪਿਛਲੀ ਪਰਾਲਬਧ ਭੁਗਤਾਉਣ ਤੋਂ ਬਾਅਦ ਸਿੱਧਾ 84 ਦਾ ਗੇੜਾ ਖੜਾ ਹੁੰਦਾ ਉਹਦੇ ਵਾਸਤੇ। ਉਹ ਮਾਲਕ ਆਪ ਹੀ ਨੇ, ਸੱਚੇ ਪਾਤਸ਼ਾਹ ਗੇੜੇ 'ਚ ਪਾ ਲੈਂਦੇ ਨੇ, ਮੁੜ ਕੇ ਨਾ ਉਹ ਤੋਂ ਨਿਕਲ ਹੋਵੇ, ਨਾ ਕੋਈ ਨੂੰ ਕੱਢੇ। ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਇਸ ਚੀਜ਼ ਦੇ ਹੱਕ ਵਿੱਚ ਨਹੀਂ, ਕਿਉਂਕਿ ਜੇ ਕਰਾਮਾਤ ਸ਼ਕਤੀ ਨਾਲ ਦੁਨੀਆ ਸਿੱਧੀ ਕਰਨੀ ਹੋਵੇ ਮਹਾਰਾਜ ਹੁਣੇ ਕਰਦੇ ਨੇ। ਇੱਕ ਛਿਨ ਵਿੱਚ ਹੀ ਸਾਰੀ ਦੁਨੀਆ ਨੂੰ ਸਿੱਧੀ ਕਰਕੇ ਤੋੜ ਲੈਣ, ਪਰ ਉਹ ਗੇਮ ਖਰਾਬ ਹੋ ਜਾਂਦੀ ਸਾਰੀ। ਜਿਹੜੀ ਪਰਮੇਸ਼ਰ ਖੇਡ ਖੇਡਦਾ ਹੈ, ਖੇਲ ਖੇਲਾ ਖੇਲ, ਖੇਲ ਖੇਲਾ ਖੇਲ ਖੇਲ, ਅਨੰਤ ਕੋ ਫਿਰ ਏਕ ਹੈ। ਪਰਮੇਸ਼ਰ ਤਾਂ ਆਪਣੀ ਖੇਡ ਖੇਡਦੇ ਨੇ। ਜੇ ਸ਼ਕਤੀ ਦਿਖਾ ਦਈਏ ਫਿਰ ਕਿਸੇ ਲੋਕ ਸਿੱਧੇ ਹੋ ਜਾਂਦੇ ਨੇ ਤੇ ਚੁੱਪ ਕਰਕੇ ਮੱਥਾ ਟੇਕਣ ਲੱਗ ਜਾਂਦੇ, ਸ਼ਰਧਾ ਬਣ ਜਾਂਦੀ, ਭੀੜ ਲੱਗ ਜਾਂਦੀ ਹੈ। ਪਰ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਦੀ ਵੱਡੀ ਸਰਕਾਰ ਹੈ। ਉਦੋਂ ਥੱਲੇ ਕਾਲ ਦੀ ਸਰਕਾਰ ਹੈ, ਫਿਰ ਧਰਮ ਰਾਜੇ ਦੀ ਸਰਕਾਰ ਹੈ, ਉਦੋਂ ਥੱਲੇ ਸੰਸਾਰ ਹੈ।
ਸੰਸਾਰ ਵਿੱਚ ਅਲੱਗ-ਅਲੱਗ ਦੇਸ਼ਾਂ ਦੀਆਂ ਸਰਕਾਰਾਂ ਨੇ। ਫਿਰ ਉਸ ਤੋਂ ਥੱਲੇ ਪਹਿਲਾਂ ਉੱਤੇ ਸਭ ਤੋਂ ਕਲਯੁਗ ਦੀ ਸਰਕਾਰ ਹੈ। ਪੂਰੀ ਧਰਤੀ ਤੇ ਕਲਯੁਗ ਦਾ ਪਹਿਰਾ, ਕਲਯੁਗ ਦਾ ਰਾਜ ਹੈ। ਪਰਮੇਸ਼ਰ ਸਿੱਧਾ ਦਖਲ ਨਹੀਂ ਦਿੰਦੇ ਕਦੇ ਵੀ। ਕਲਯੁਗ ਦੇ ਰਾਜ ਵਿੱਚ ਜੋ ਕਲਯੁਗ ਕਰਵਾ ਰਿਹਾ ਇਹ ਲੇਖਾ ਕਲਯੁਗ ਨੂੰ ਵੀ ਦੇਣਾ ਪੈਣਾ। ਗੁਰੂ ਨਾਨਕ ਸਾਹਿਬ ਅੱਗੇ ਚੱਲ ਕੇ ਇੱਕ ਜਗ੍ਹਾ ਕਹਿਣਗੇ, ਕਲਯੁਗ ਜਦੋਂ ਸਮਾਂ ਆਇਆ ਨਾ, ਸਾਡੀ ਨਿਰੰਕਾਰ ਵੱਲੋਂ ਹੀ ਸੇਵਾ ਲੱਗਣੀ ਹੈ, ਡਿਊਟੀ, ਕਿ ਤੈਨੂੰ ਸੰਗਲੀਆਂ ਪਾ ਕੇ ਬੰਨ੍ਹ ਕੇ ਅਸੀਂ ਵੀ ਲੈ ਕੇ ਜਾਣਾ। ਇਸ ਕਰਕੇ ਸਤਿਗੁਰੂ ਮਹਾਰਾਜ ਕਲਯੁਗ ਦੇ ਕੰਮਾਂ ਵਿੱਚ ਦਾਖਲ ਨਹੀਂ ਹਲੇ ਦਿੰਦੇ। ਕਲਯੁਗੀ ਜੀਵ ਜਿਹੜੇ ਨੇ ਕਲਯੁਗ ਦੇ ਪ੍ਰਭਾਵ ਥੱਲੇ ਨੇ, ਮਾਇਆ ਦੇ ਪ੍ਰਭਾਵ ਥੱਲੇ ਨੇ। ਭਗਤੀ ਬੰਦਗੀ ਤੋਂ ਬਿਨਾਂ ਉਹਨਾਂ ਦੇ ਦਿਲ ਦੇ ਉੱਤੇ, ਬੁੱਧੀ ਵਿੱਚ ਕੋਈ ਸੋਝੀ ਪੈਦਾ ਨਹੀਂ ਹੁੰਦੀ। ਉਹ ਸਾਰੇ ਹੀ ਪੁੱਠਾ ਸਿੱਧਾ ਹੀ ਬੋਲੀ ਜਾਂਦੇ ਨੇ। ਇਹ ਗੱਲ ਦਾ ਪਤਾ ਉਦੋਂ ਲੱਗਣਾ ਜਦੋਂ ਅੱਖਾਂ ਖੁੱਲ੍ਹੀਆਂ। ਕਿਸੇ ਕਿਸੇ ਦੀਆਂ ਅੱਖਾਂ ਖੁੱਲ੍ਹ ਜਾਂਦੀਆਂ, ਉਹਨੂੰ ਗਿਆਨ ਹੋ ਜਾਂਦਾ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਆਪ ਨਿਰੰਕਾਰ ਨੇ। ਇਹ ਵਿਸ਼ਵਾਸ ਕਰੋ। ਜੇ ਨ ਮਾਨੈ ਬਾਤ ਮੇਰੀ, ਦੇਖੋ ਨਾ ਕੁਸਲ ਤੇਰੀ, ਕਹੋ ਟੇਰ ਟੇਰ ਹਟ ਜੈ ਚਾਹੋ ਲਾਜ ਕੋ। ਜੇ ਹੁਣ ਮੇਰੀ ਤੁਸੀਂ ਗੱਲ ਨਹੀਂ ਮੰਨਦੇ, ਫਿਰ ਜਾਣ ਲਓ ਵੀ ਸੁੱਖ ਨਹੀਂ ਹੈ ਤੁਹਾਡੇ ਤੇ ਫਿਰ। ਔਰ ਟੇਰ ਟੇਰ ਹਟ ਜਾਈਐ ਚਾਹੋ ਲਾਜ ਕੋ। ਪੁਕਾਰ ਪੁਕਾਰ ਕੇ ਫਿਰ ਪਿੱਛੇ ਹਟ ਜਾਣਾ ਤੁਸੀਂ। ਮੁੜ ਜਾਓ ਹੁਣ ਵੀ, ਇੱਧਰ ਉੱਧਰ ਦੇਖ ਕੇ ਮੁੜ ਜਾਓ ਜੇ ਆਪਣੀ ਲਾਜ ਚਾਹੁੰਦੇ ਹੋ, ਜੇ ਇੱਜ਼ਤ ਚਾਹੁੰਦੇ ਹੋ। ਨਹੀਂ ਤਾਂ ਤੁਹਾਨੂੰ ਅਸੀਂ ਪੁੱਠੇ ਕਰ ਦਿਆਂਗੇ। ਸਾਡੇ 'ਚ ਬਹੁਤ ਸ਼ਕਤੀ ਹੈ। ਗੁਰੂ ਮੁਸਕਾਨੇ ਮੁਖ ਬਚਨ ਬਖਾਨੇ, ਜੋ ਇੱਛਾ ਹੈ ਮਛਿੰਦਰਾ ਸੋ ਮੰਗ ਨਿਜ ਲੀਜੀਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਹੱਸ ਪਏ ਵੀ ਮੱਛਰ ਜਿਹਾ ਕਿੱਧਰ ਆ ਗਿਆ ਹੈ। ਐਡੇ ਵੱਡੇ ਤਿੰਨਾਂ ਲੋਕਾਂ ਦੇ ਮਾਲਕ ਕੋਲੇ ਆਇਆ। ਮਹਾਰਾਜ ਕਹਿੰਦੇ, ਉਹ ਮਛੰਦਰਾ, ਪਹਿਲਾਂ ਤਾਂ ਇੱਥੋਂ ਹੀ ਹੈਰਾਨ ਹੋ ਜਾਣਾ, ਮੇਰੇ ਨਾਂ ਕਿੱਦਾਂ ਜਾਣਦੇ ਨੇ। ਕਹਿੰਦੇ, ਮੰਗ ਲੈ ਜੋ ਮੰਗਣਾ, ਦੇ ਦਿਆਂਗੇ ਤੈਨੂੰ, ਨਾ ਆਕੜ ਸਾਡੇ ਸਾਹਮਣੇ। ਕੋ ਬਖਸਾਏ ਕਰ ਤਾਰ ਤੇ ਦਿਵਾਏ, ਪਰ ਬੋਲ ਕਹਿ ਕੋ ਬੋਲ ਬੋਲ ਹਮ ਸੋ ਨਾ ਖੀਜੀਏ। ਮਹਾਰਾਜ ਕਹਿੰਦੇ, ਬੋਲ ਤੈਨੂੰ ਕੀ ਚਾਹੀਦਾ, ਲਿਆ ਤੈਨੂੰ ਕਰਤਾਰ ਤੋਂ ਬਖਸ਼ਾ ਦਿੰਦੇ। ਆਪ ਨਹੀਂ ਕਹਿੰਦੇ ਮੈਂ ਬਖਸ਼ ਲੈਣਾ। ਕਹਿੰਦੇ ਪਰ ਬੋਲ ਕਹਿ ਕੋ ਬੋਲ ਬੋਲ ਹਮ ਸੋ ਨਾ ਖੀਜੀਏ। ਕਿਆ ਕੌੜੇ ਕੌੜੇ ਬੋਲ ਬੋਲ ਕੇ ਸਾਡੇ ਨਾਲ ਖਿੱਚ ਨਾ। ਬੋਲ ਤੈਨੂੰ ਕਰਤਾਰ ਤੋਂ ਕੀ ਦਵਾ ਦਈਏ, ਜੋ ਚਾਹੀਦਾ ਤੈਨੂੰ ਦਵਾ ਦਿੰਦੇ ਹਾਂ। ਜਹਾਂ ਲੱਗ ਚਾਹੇ ਤਹਾਂ ਤੀਕ ਹਮ ਜਾਹੇ, ਔਰ ਤੇਰੇ ਕਹੇ ਹਟੈ ਨਾਹੀ, ਸਾਚ ਜੋ ਪਤੀਜੀਏ। ਇਹ ਗੱਲ ਤੇ ਸੱਚਾ ਭਰੋਸਾ ਨਿਸ਼ਚਾ ਕਰ ਲੈ, ਅਸੀਂ ਜਿੱਥੇ ਤੱਕ ਜਾਣਾ ਚਾਹੁੰਦੇ ਅਸੀਂ ਚਲੇ ਜਾਣਾ, ਔਰ ਤੇਰੇ ਕਹੇ ਅਸੀਂ ਪਿੱਛੇ ਨਹੀਂ ਹਟਣਾ। ਜੇ ਤੂੰ ਕਹੇ ਕਿ ਤੂੰ ਪਿੱਛੇ ਹਟ ਜਾਓ। ਮਹਾਰਾਜ ਜੀ ਕਹਿੰਦੇ, ਸਾਡੀ ਤਾਂ ਜਿੱਥੇ ਤੱਕ ਜਾਣ ਦੀ ਇੱਛਾ ਹੁੰਦੀ ਆ, ਅਸੀਂ ਤਾਂ ਉੱਥੇ ਤੱਕ ਚਲੇ ਜਾਵਾਂਗੇ। ਰਾਜ ਨਹਿ ਲਿਓ ਪਦੋਸਾ ਤੋਕੋ ਦੇਉ, ਅਬ ਐਸੋ ਮੋਕੋ ਚੀਨ ਜੀ ਜਾਨੀ ਐਸੋ ਕੀਜੀਏ। ਨਾ ਰਾਜ ਲੈਣਾ, ਉਹ ਅਸੀਂ ਤਾਂ ਉਪਦੇਸ਼ ਤੋਕ ਦਿਉ, ਤੈਨੂੰ ਉਪਦੇਸ਼ ਦੇਣ ਆਏ ਆ। ਸੋ ਐਸਾ ਅਬ ਐਸੋ ਮੋਕੋ ਚੀਨ ਜੀ ਜਾਨੀਏ ਸੋ ਕੀਜੀਏ। ਇਹੋ ਜਿਹਾ ਮੈਨੂੰ ਜਾਣ ਲੈ। ਹੁਣ ਤੇਰੇ ਮਨ 'ਚ ਜੋ ਆਉਂਦਾ ਨਾ, ਤੇਰੇ ਕੋਲ ਵੀ ਜਿਹੜੀਆਂ ਬਹੁਤੀਆਂ ਸ਼ਕਤੀਆਂ ਨੇ, ਉਹ ਜਿਹੜਾ ਤੇਰਾ ਜ਼ੋਰ ਲੱਗਦਾ ਲਾ ਲੈ ਆਪਣਾ। ਐਸੇ ਸੋਨ ਬੈਨ ਰਿਸ ਕੀਨੀ ਬੇਨ ਚੈਨ ਭਏ, ਆਰਨ ਦੋ ਨੈਣ ਮੁਖ ਬਚਨ ਬਖਾਨਿਆ। ਇਉਂ ਸੁਣ ਕੇ ਮਛਿੰਦਰ ਨੂੰ ਬੜਾ ਗੁੱਸਾ ਆਇਆ, ਬੜਾ ਬੇਚੈਨ ਜਿਹਾ ਹੋ ਗਿਆ। ਗੁੱਸੇ 'ਚ ਆ ਕੇ ਬੜੀਆਂ ਅੱਖਾਂ ਲਾਲ ਕਰ ਲਈਆਂ। ਇਸ ਤਰ੍ਹਾਂ ਕਹਿਣ ਲੱਗਿਆ ਬਚਨ, ਕੀਤੇ ਦਿਨ ਰਾਤ ਸਵਾਸ ਕੀਤੀ ਨਸਾ ਮਧ ਮਾਸ, ਅੰਗੂਰੀ ਕਾ ਤਾਕ ਮੁਖ ਕੈਸੇ ਸੰਧ ਜਾਣਿਆ। ਹੁਣ ਕਹਿਣ ਲੱਗਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ, ਕੀਤੇ ਦਿਨ ਰਾਤ, ਸੋ ਕਿਤਨੇ ਦਿਨ ਤੇ ਰਾਤ ਦੇ ਜਿਹੜੇ ਨੇ ਸਵਾਸ, 24 ਘੰਟੇ ਦੇ ਸਵਾਸ ਕਿੰਨੇ ਆਉਂਦੇ ਬੰਦੇ ਨੂੰ, ਤੇ ਕਿੰਨੀਆਂ ਆਪਣੇ ਸਰੀਰ ਦੇ ਅੰਦਰ ਨਾੜਾਂ ਨੇ ਮਾਸ ਵਿੱਚ। ਅੰਗੁਰੀ ਕਹਿ ਤਾਕ ਮੁਖ ਕੈਸੇ ਸੰਧ ਜਾਮੀਏ, ਕਿੰਨੀਆਂ ਉਂਗਲਾਂ ਮੂੰਹ ਦਾ ਦਰਵਾਜ਼ਾ ਹੈ। ਇਸੇ ਤਰ੍ਹਾਂ ਕਹਿਣ ਲੱਗੇ, ਫਿਰ ਜੋੜ ਕਿੰਨੇ ਨੇ ਸਰੀਰ ਦੇ, ਚੱਲ ਦੱਸ ਜੇ ਤੇਰੇ ਸ਼ਕਤੀ ਹੈ। ਇਹ ਹੁਣ ਇਸ ਤਰ੍ਹਾਂ ਪੁਰਾਣੇ ਰਿਸ਼ੀ ਮੁਨੀ ਇੱਕ ਦੂਜੇ ਦੀ ਪਰਖ ਲੈਂਦੇ ਸੀ ਵੀ ਅਸੀਂ, ਕਿਉਂਕਿ ਜੋਗੀਆਂ ਦਾ ਕੰਮ ਹੁੰਦਾ ਸੁਣਿਆ ਜੋਗ ਜੁਗਤ ਤਨ ਭੇਦ। ਮਹਾਰਾਜ ਨੇ ਤਾਂ ਸੁਤੇ ਕਿ ਨਾਮ ਦੇ ਨਾਲ ਹੀ ਇਹ ਗਿਆਨ ਹੋ ਜਾਂਦਾ। ਜੋਗੀ ਕਹਿੰਦੇ ਜੋਗ ਦੀ ਜੁਗਤੀ ਤਨ ਦੇ ਭੇਦ
ਡਾਕਟਰੀ ਕੀ ਚੀਜ਼ ਹੈ? ਇਹੀ ਹੈ, ਕਿੰਨੇ ਹੱਡ ਨੇ ਵੱਡੇ, ਕਿੰਨੇ ਛੋਟੇ ਨੇ, ਸਰੀਰ ਅੰਦਰ ਕਿੰਨੇ ਫੁੱਟ ਨਾੜੀ ਹੈ, ਕਿੱਥੇ ਕੀ ਹੈ, ਡਾਕਟਰ ਸਭ ਜਾਣਦਾ ਹੁੰਦਾ, ਕਿਉਂਕਿ ਉਹਨੇ ਇੰਨੇ ਸਾਲ ਲਾ ਕੇ ਚੀਜ਼ ਸਿੱਖੀ ਹੁੰਦੀ ਆ। ਡਾਕਟਰ ਨੂੰ ਸਾਰਾ ਗਿਆਨ ਹੁੰਦਾ, ਹੱਡੀਆਂ ਦੇ ਡਾਕਟਰ ਨੂੰ ਹੱਡੀਆਂ ਦਾ ਸਾਰਾ ਗਿਆਨ A to Z ਹੁੰਦਾ। ਇਸੇ ਪ੍ਰਕਾਰ 72 ਕਰੋੜ 72 ਲੱਖ 2202 ਨਾੜੀ ਸਰੀਰ ਦੀ ਦਾ ਗਿਆਨ ਹੁੰਦਾ। ਹੁਣ ਮਹਾਰਾਜ ਸੱਚੇ ਪਾਤਸ਼ਾਹ ਨੂੰ ਇਹਨੇ ਆਪਣੇ ਜਾਣੀ ਬੜਾ ਵੱਡਾ ਪ੍ਰਸ਼ਨ ਕੀਤਾ ਕਿ ਇਸ ਚੀਜ਼ ਦਾ ਉੱਤਰ ਦੇਣਾ ਕਰੋ। ਊਠਰੀ ਕੈ ਰੋਮ ਕੇਤੇ ਪਾਲ ਵਕੈ ਤਿੱਲੀ ਕਹੋ ਕਾਰਜੈ ਕੇ ਉਂਗਰੀ ਬਤਾਏ ਪਹਿਚਾਨੀਆਂ। ਕਹਿਣ ਲੱਗੇ ਕੋਠੜੀਆਂ ਕਿੰਨੀਆਂ ਨੇ ਸਰੀਰ ਦੇ ਅੰਦਰ, ਸਰੀਰ ਦੇ ਵਾਲ ਕਿੰਨੇ ਨੇ, ਪੱਲਵ ਕੈ ਤਿੱਲੀ ਕਹੋ। ਸੋ ਇਸ ਤਰੀਕੇ ਨਾਲ ਕਹਿੰਦੇ ਨੇ ਇਹ ਜਿਹੜੀਆਂ ਕਿੰਨੀਆਂ ਸਾਡੀਆਂ ਉਂਗਲਾਂ ਹਨ, ਪੱਲਵ ਕੈ ਤੋਂ ਭਾਵ ਕਿਤਨੀਆਂ ਉਂਗਲਾਂ ਹਨ ਸਾਡੀਆਂ, ਤਿੱਲੀ ਕਹੋ ਔਰ ਤਿੱਲੀ ਕਿੰਨੀ ਹੈ, ਕਾਰਜਾ ਕਾ ਅੰਗੁਰੀ ਬਤਾਏ ਪਹਿਚਾਨੀਏ। ਉਹ ਕਹਿੰਦੇ ਫਿਰ ਜਿਹੜਾ ਕਲੇਜਾ ਹੈ ਇਹ ਕਿੰਨੀ ਉਂਗਲੀ ਤੱਕ ਜਾ ਕੇ ਅੰਦਰ ਹੈ ਸਾਡਾ। ਇਹ ਪੁਰਾਣੀ ਮਿਣਤੀ ਹੁੰਦੀ ਸੀ, ਪਹਿਲਾਂ ਹੁਣ ਇੰਚ ਆ ਗਏ, ਫੁੱਟ ਆ ਗਏ। ਪਹਿਲਾਂ ਹੁੰਦਾ ਸੀ 1 ਚੱਪਾ, ਫਿਰ ਅੱਧਾ ਚੱਪਾ ਰੋਟੀ, 1 ਚੱਪਾ 1 ਗਿੱਠ ਹੈ। ਇਹ ਗਿੱਠਾਂ ਨਾਲ ਮਿਣਦੇ ਹੁੰਦੇ ਪਹਿਲਾਂ, ਉਂਗਲਾਂ ਨਾਲ। ਸੋ ਜਿਵੇਂ ਕਿਸੇ ਦੀ ਗਿੱਠ 10 ਇੰਚੀ ਹੁੰਦੀ, ਕਿਸੇ 9 ਇੰਚੀ, ਕਿਸੇ ਦੀ 8 ਇੰਚੀ ਹੁੰਦੀ ਹੈ। ਤੇ ਇਸੇ ਪ੍ਰਕਾਰ ਪੁਰਾਣੀਆਂ ਗਿਣਤੀਆਂ ਵਿੱਚੋਂ ਪੁੱਛਦਾ ਮੂੰਹ ਤੋਂ ਲੈ ਕੇ ਕਾਲਜੇ ਤੱਕ ਕਿੰਨੀਆਂ ਉਂਗਲਾਂ ਲੰਬਾਈ ਬਣਦੀ ਹੈ। जेहि को वृतांत कहो जे तू आगे जाए चाहो भूल जाहे कहो नह करो तोरा हानिया। ਕਹਿੰਦੇ ਜੇ ਤੁਸੀਂ ਇੱਥੋਂ ਅੱਗੇ ਜਾਣਾ ਚਾਹੁੰਦੇ ਹੋ, ਜਿੱਥੇ ਸਿੱਧ ਬੈਠੇ ਨੇ, ਦੇਹੀ ਕੋ ਵਰਤਾਂਤ ਕਹੋ, ਸਾਰੀ ਦੇਹੀ ਦਾ ਵਰਤਾਂਤ ਦੱਸੋ ਜੇ ਅੱਗੇ ਜਾਣਾ ਚਾਹੁੰਦੇ ਹੋ। ਭੁੱਲ ਜਾਹੇ ਕਹੋ ਨਾ ਹੈ, ਫਿਰ ਭੁੱਲ ਜਾਣਾ ਤੂੰ ਦੱਸੋ, ਨਹੀਂ ਤਾਂ ਫਿਰ ਸਾਨੂੰ, ਨਹੀਂ ਤਾਂ ਅੱਗੇ ਤੈਨੂੰ ਜਾਣ ਨਹੀਂ ਦੇਣਾ, ਇੱਥੇ ਹੀ ਤੈਨੂੰ ਮਾਰ ਦੇਣਾ ਮੈਂ। विंसत चतुर है 1000 दिन रात सवास नैस नस कोठरी 72 परमनिया। ਮਹਾਰਾਜ ਸੱਚੇ ਪਾਤਸ਼ਾਹ ਉੱਤਰ ਦੇਣ ਲੱਗੇ ਨੇ, ਵਿੰਸਤ ਚਤੁਰ ਹੈ 1000 ਦਿਨ ਰਾਤ ਸਵਾਸ। ਵਿੰਸਤ ਹੁੰਦਾ 20 ਤੇ ਚਤੁਰ 4, 24,000 ਸਤਿਗੁਰੂ ਕਹਿੰਦੇ ਰਾਤ ਦਿਨ ਦੇ ਮਨੁੱਖ ਸਵਾਸ ਲੈਂਦਾ ਹੈ। ਤੇ ਜਿਹੜੀਆਂ ਨਾੜਾਂ ਨੇ 900 ਨਸ, ਕੁੱਲ ਵੱਡੀਆਂ 900 ਨਸਾਂ ਨੇ ਸਰੀਰ ਦੇ ਅੰਦਰ, ਤੇ ਕੋਠੜੀਆਂ ਜਿਹੜੀਆਂ ਨੇ 72 ਨੇ ਕੁੱਲ। ਇਸ ਤਰੀਕੇ ਨਾਲ ਸਰੀਰ ਦੀ ਗਿਣਤੀ ਹੁੰਦੀ ਹੈ। ਅੰਗੁਰੀ ਚਤੁਰ ਮੁਖ ਤਾਖ ਨੀਲ ਕੋਟ ਰੋਮ 16 ਹੈ ਸੰਧ ਤਿਲੀ ਪੱਲਵ 12 ਜਾਨੀਐ। ਮਹਾਰਾਜ ਕਹਿੰਦੇ ਅੰਗੁਰੀ ਚਤੁਰ 4 ਉਂਗਲੀਆਂ ਮੁੱਖ ਦਾ ਮੂੰਹ ਹੈ। ਆਪਣਾ ਮੂੰਹ ਖੋਲੋ, ਅੰਗੂਠੇ ਤੋਂ ਬਿਨਾਂ 4 ਉਂਗਲੀਆਂ ਦਾ ਚੱਪਾ ਸਿੱਧਾ ਪੈ ਜਾਂਦਾ ਇਹਦੇ ਚ। ਹਰੇਕ ਬੰਦੇ ਦਾ, ਬੱਚੇ ਦਾ ਓਨੀ ਮੂੰਹ ਓਨਾ ਹੁੰਦਾ, ਜਵਾਨ ਦਾ ਓਨਾ ਹੀ ਹੁੰਦਾ। ਇਸ ਤਰ੍ਹਾਂ 4 ਉਂਗਲੀਆਂ ਸਿੱਧੀਆਂ ਆਪਣੇ ਚ ਮੂੰਹ, 4 ਉਂਗਲੀਆਂ ਚੌੜਾ ਹੁੰਦਾ ਬੰਦੇ ਦਾ ਮੂੰਹ। ਤੇ ਨੀਲ ਕੋਟ ਰੋਮ ਜਿਹੜੇ ਨੇ, ਕਰੋੜ ਨੀਲ ਬਰਾਬਰ ਹੈ। ਸੋ 1000 ਸੰਖ ਦੇ ਭਾਵ ਹੈ ਕਿ ਅਸੰਖ ਤੋਂ। ਇਸ ਤਰ੍ਹਾਂ ਅਸੰਖ ਹੀ ਸਾਡੇ ਸਰੀਰ ਦੇ ਵੈਸੇ ਤਾਂ ਰੋਮ ਨੇ। 1600 ਹੈ ਸੰਧ, ਤੇ ਸਾਡੇ ਸਰੀਰ ਦੇ ਅੰਦਰ ਕੁੱਲ 1600 ਜੋੜ ਬਣਦਾ, ਤੇ ਤਿੱਲੀ ਪੱਲਵ 12 ਜਾਂਦੀਆਂ। ਤੋ ਇਸ ਤਰ੍ਹਾਂ ਤਿੱਲੀ ਜਿਹੜੀ ਆ ਉਹ 12 ਉਂਗਲਾਂ ਮਾਤਰ ਅੰਦਰ ਤੱਕ ਸਾਡੇ ਤਿੱਲੀ ਹੈ। ਆਂਗੁਰੀ ਕਰੇ ਜੋ 8 ਐਸੋ ਦੇਹੀ ਠਾਟ ਸਭ ਬੁਝਵੇ ਵੀ ਤਾਹੇ ਆਰ ਮੋਹ ਸੋਭ ਖਾਨੀਐ। ਹੁਣ ਆਂਗੁਰੀ ਜਿਹੜੀ ਹੈ ਕਰੇਜੋ 8, ਜਿਹੜਾ ਕਲੇਜਾ ਹੈ ਇਹ 8 ਉਂਗਲਾਂ ਹੈ। ਮਿਣਤੀ ਹੁੰਦੀ, ਕਲੇਜਾ ਇੰਨਾ ਵੱਡਾ ਹੁੰਦਾ, ਔਰ ਤਿੱਲੀ ਹੁੰਦੀ ਅੰਦਰਲੇ ਪਾਸੇ 12 ਉਂਗਲਾਂ। ਐਸੋ ਦੇਹੀ ਠਾਟ ਸਭ, ਇਹ ਦੇਹੀ ਦਾ ਠਾਟ ਹੈ। ਬੂਝਵੇ ਕੀ ਚਾਹੇ ਔਰ ਮੋਹ ਸੋ ਬਖਾਨੀ ਹੈ। ਹੋਰ ਤੇਰੀ ਕੋਈ ਇੱਛਾ ਹੈ ਤਾਂ ਪੁੱਛ ਲੈ ਮੇਰੇ ਕੋਲੋਂ। ਇਹ ਹਠ ਯੋਗ ਦੇ ਹਿਸਾਬ ਹਨ ਜੋ ਗੁਰੂ ਮਹਾਰਾਜ ਨੇ ਉਹਨਾਂ ਨੂੰ ਦੱਸੇ ਨੇ। ਇਹੀਆਂ ਜੀਆਂ ਹਿਸਾਬੀ ਗੱਲਾਂ ਦਾ ਮਾਣ ਉਹਨਾਂ ਸਿੱਧਾਂ ਵਿੱਚ ਸੀ। ਇਹਨੂੰ ਕਹਿੰਦੇ ਨੇ ਪੜ੍ਹਿਆ ਲਿਖਿਆ। ਉਦੋਂ ਵੀ ਇਹ ਪੜ੍ਹੇ ਲਿਖੇ ਸੀ। ਇਹ ਗੱਲਾਂ ਸਿੱਖ ਲੈਣੀਆਂ ਪਹਿਲਾਂ, ਸਿੱਖ ਕੇ ਪੜ੍ਹਿਆ ਲਿਖਿਆ ਇਸ ਤਰ੍ਹਾਂ ਹੀ ਗਿਣਤੀ ਲਿਖ ਲੈਂਦਾ, ਸਾਰੀ ਗੱਲ ਆਪਣੇ ਅੰਦਰ ਬਿਠਾ ਲੈਂਦਾ। ਆਮ ਬੰਦੇ ਨੂੰ ਜਾ ਕੇ ਪੁੱਛੂ, ਹਾਂਜੀ ਗੁਰੂ ਗ੍ਰੰਥ ਸਾਹਿਬ ਨਾਨਕ ਨਾਮ ਕਿੰਨੀ ਵਾਰ ਆਉਂਦਾ,
ਹੁਣ ਆਮ ਬੰਦਾ ਵਿਚਾਰਾ ਆਪਣੇ ਕੰਮਾਂ ਕੁੰਮਾਂ 'ਚ ਉਲਝਿਆ ਹੁੰਦਾ, ਪਤਾ ਨਹੀਂ ਜੀ ਕਿੰਨੀ ਵਾਰੀਆਂ ਆਉਂਦਾ, ਹਰ ਹਰ ਕਿੰਨੀ ਵਾਰ ਆਉਂਦਾ, ਰਾਮ ਰਾਮ ਕਿੰਨੀ ਵਾਰ ਆਉਂਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਆਹ ਕਿੰਨੀ ਵਾਰੀ ਹੈ। ਇੱਕ ਜਗ੍ਹਾ ਤੇ ਇਕੱਠੇ 16 ਅੱਖਰ ਮੁਕਤੇ ਨੇ, ਉਹ ਕਿੱਥੇ ਨੇ? ਜਪਜੀ ਸਾਹਿਬ ਦੀ ਕਿਹੜੀ ਪੌੜੀ ਨੰਨਾ ਨਹੀਂ ਆਉਂਦਾ, ਨਾਨਕ ਨਾਮ ਨਹੀਂ ਆਉਂਦਾ। ਇੰਨੀਆਂ ਗੱਲਾਂ ਜਿਹੜੀਆਂ ਪਹਿਲਾਂ ਤੋਤੇ ਵਾਂਗੂ ਰੱਟ ਲੈਣੀਆਂ, ਫਿਰ ਇਸ ਤਰ੍ਹਾਂ ਰੱਟ ਕੇ ਬਹੁਤ ਗੱਲਾਂ ਤੇ ਉਹ ਪਕਾ ਕੇ ਆਉਂਦੇ ਨੇ ਪਿੱਛੋਂ ਫਾਈਲਾਂ, ਜਿਵੇਂ ਵਕੀਲ ਤਿਆਰ ਕਰਕੇ ਲਿਆਉਂਦਾ ਨਾ। ਆਹ ਜਿਹੜੇ ਚਰਚਾ ਕਰਨ ਵਾਲੇ ਆਉਂਦੇ ਨੇ, ਆਹ ਜਿਹੜੇ ਮੂਹਰੋਂ ਆ ਕੇ ਤਰਕਾਂ ਕਰਨ ਵਾਲੇ ਆਉਂਦੇ ਨੇ, ਇਹ ਪਹਿਲਾਂ ਬਹਿ ਕੇ ਤਿਆਰ ਕਰਦੇ ਨੇ ਸਾਰਾ ਲੈਸਨ। ਜੇ ਕੋਈ ਗੁਰਸਿੱਖ ਦੇਖਣਗੇ ਉਹਦੇ ਫਿਰ ਮੁਕਾਬਲੇ ਜਾ ਕੇ ਖੜਨਗੇ, ਆਹ ਗੱਲ ਕਿੰਨੇ ਹੁੰਦੀ, ਮਹਾਰਾਜ ਕਿੱਥੇ ਲਿਖਿਆ। ਆਮ ਬੰਦੇ ਨੇ ਇੰਨੀ ਤਿਆਰੀ ਨਹੀਂ ਕੀਤੀ ਹੁੰਦੀ, ਇਹ ਵਕੀਲਾਂ ਨੂੰ ਤਿਆਰੀ ਕਰਕੇ ਆਉਂਦੇ, ਸਾਰਾ ਇਤਿਹਾਸ ਫਰੋਲ ਫਰਾਲ ਕੇ ਇੰਨੀਆਂ ਸੋਲਿਡ ਗੱਲਾਂ ਇਕੱਠੀਆਂ ਕਰਦੇ ਨੇ। ਇਹ ਆਮ ਸਿੱਖ ਨੂੰ ਆ ਕੇ ਪ੍ਰਸ਼ਨ ਕਰਕੇ ਫਿਰ ਸਿੱਧਾ ਵਾਂਗੂ ਸਮਝਦੇ ਮੈਂ ਜਿੱਤ ਗਿਆ ਬਈ। ਲਓ ਜੀ ਮੈਂ ਫਲਾਣੇ ਨੂੰ ਪੁੱਛਿਆ ਆਹ ਕਿੱਥੇ ਲਿਖਿਆ ਗੁਰੂ ਗ੍ਰੰਥ ਸਾਹਿਬ 'ਚ, ਆਹ ਕਿੱਥੇ ਲਿਖਿਆ ਗੁਰੂ ਗ੍ਰੰਥ ਸਾਹਿਬ 'ਚ, ਆਹ ਇਤਿਹਾਸ ਵਿੱਚ ਕਿੱਥੇ ਲਿਖਿਆ, ਫਲਾਣੇ ਥਾਂ ਕਿੱਥੇ ਲਿਖਿਆ। ਹੁਣ ਅਸੀਂ ਤਾਂ ਇਹ ਜਿਹੇ ਵਿਹਲੇ ਹੈ ਨਹੀਂ ਵੀ ਅਸੀਂ ਤਿਆਰੀਆਂ ਕਰਨੀਆਂ, ਅਸੀਂ ਕਿਹੜਾ ਉੱਥੇ ਵਕੀਲ ਹੈ। ਇਸ ਤਰ੍ਹਾਂ ਹਰਾ ਕੇ ਦੂਜੇ ਨੂੰ ਖੁਸ਼ੀ ਮਹਿਸੂਸ ਕਰਨੀ, ਮਹਾਰਾਜ ਚਾਹ ਨਹੀਂ ਲਿਖਿਆ, ਮਹਾਰਾਜ ਚਾਹ ਨਹੀਂ ਲਿਖਿਆ। ਇਹ ਜਿਹੜੀਆਂ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਇਹ ਭਗਤੀ ਤੋਂ ਹਟ ਕੇ ਹਠ ਯੋਗ ਵਿੱਚ ਆ ਜਾਂਦੀਆਂ ਨੇ। ਇਸ ਤਰ੍ਹਾਂ ਰੱਬ ਦੇ ਪਿਆਰੇ ਤਾਂ ਕਹਿੰਦੇ ਨੇ ਇਹ ਸਾਰਾ ਕੁਝ ਜਿਹੜਾ ਹੁੰਦਾ ਮਨ ਸਮਝਾਵਨ ਕਾਰਨੇ ਕਛੂਅਕ ਪੜ੍ਹੀਆ ਗਿਆਨ। ਵਾਸਤਵ ਦੇ ਵਿੱਚ ਜਿਹੜਾ ਬੰਦਾ ਸਾਰੀ ਜ਼ਿੰਦਗੀ ਐਸੀਆਂ ਗੱਲਾਂ ਕਰਦਾ ਉਹ ਖੱਟਦਾ ਕੁਛ ਨਹੀਂ। ਖੱਟਣ ਵਾਲਾ ਜਿਹੜਾ ਹੁੰਦਾ ਉਹ ਨਾਮ ਧਨ ਨੂੰ ਖੱਟਦਾ ਜ਼ਿਆਦਾ। ਜਿਨ੍ਹਾਂ ਨੇ ਨਾਮ ਅਭਿਆਸ ਕੀਤਾ, ਕਮਾਈ ਕੀਤੀ ਹੈ, ਉਹਨਾਂ ਦੇ ਅੰਦਰ ਪ੍ਰਕਾਸ਼ ਹੁੰਦਾ ਤੇ ਉਹਨਾਂ ਨੂੰ ਸਾਰੀ ਗੱਲ ਦਾ ਵੈਸੇ ਹੀ ਚਾਨਣ ਹੁੰਦਾ। ਕੁਛ ਮਰਜ਼ੀ ਪੁੱਛ ਲਓ ਉਹਨੂੰ, ਸਭ ਕੁਝ ਪਤਾ ਹੁੰਦਾ। ਉਹਦੇ ਜਿਹੜਾ ਆਤਮਿਕ ਗਿਆਨੀ ਆ ਉਹ ਤਾਂ ਬਹੁਤ ਜ਼ਿਆਦਾ ਵੱਡਾ ਹੋ ਜਾਂਦਾ। ਤੇ ਜਿਹੜਾ ਮਾੜੀ ਜੀ ਚੁੰਝ ਤਿੱਖੀ ਕਰ ਲੈਂਦਾ ਸੰਸਾਰ ਦੇ ਅੰਦਰ, ਤਾਈਓ ਕਹਾਵਤਾਂ ਬਣੀਆਂ ਨੇ, ਚੂਹੇ ਨੂੰ ਹਲਦੀ ਦੀ ਗੱਠੀ ਮਿਲ ਗਈ, ਕਹਿੰਦੇ ਪੰਸਾਰੀ ਬਣ ਗਿਆ। ਕਹਿੰਦਾ ਆਪਾਂ ਤਾਂ ਬਈ ਪੰਸਾਰੀ ਬਣ ਗਏ ਹੁਣ, ਕਿਉਂਕਿ ਹਲਦੀ ਦੀ ਗੱਠੀ ਲੱਭ ਗਈ। ਇਸ ਪ੍ਰਕਾਰ ਹੀ ਬਹੁਤ ਸਾਰੀਆਂ ਗੱਲਾਂ ਕਿਤਾਬਾਂ 'ਚੋਂ ਪੜ੍ਹ ਕੇ ਇੱਧਰੋਂ ਉੱਧਰੋਂ ਇਕੱਠੀਆਂ ਕਰ ਲੈਣੀਆਂ। ਜੇ ਤੁਸੀਂ ਬਣਨਾ ਹੈ ਬਣ ਜਾਓ, ਮਹਾਨ ਕੋਸ਼ ਲੈ ਲਓ, ਤਾਂ ਬਹੁਤ ਚੀਜ਼ਾਂ ਲਿਖੀਆਂ। ਬਣ ਕੇ ਚੀਜ਼ਾਂ ਕੰਠ ਕਰ ਲਓ, ਦੋ ਚਾਰ ਰਹੀਆਂ ਜਿਹੀਆਂ ਗੱਲਾਂ ਲੋਕਾਂ ਨੂੰ ਉਲਝਾ ਲਓ। ਇਹਦੇ ਨਾਲ ਹੁੰਦਾ ਵੀ ਮੈਂ ਬੜਾ ਸਿਆਣਾ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸਹਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਜਦੋਂ ਮੌਤ ਆਉਣੀ ਹੈ ਉਦੋਂ ਦਿਖਾਇਓ ਤੇ ਸਿਆਣਪ ਆਪਣੀ, ਉਦੋਂ ਨਾਲ ਨਹੀਂ ਚੱਲਦੀ। ਸਹਸ ਸਿਆਣਪ ਪਵੈ ਨਾ ਤਾਓ। ਮਹਾਰਾਜ ਕਹਿੰਦੇ ਸਿਆਣਪ ਪਰਲੋਕ ਵਿੱਚ ਚੱਲੂਗੀ ਨਾ ਫੇਰ ਤਾਂ ਦੇਖ ਲਵਾਂਗੇ। ਅੱਗਾ ਗਏ ਸੰਜਾਪਸਨ ਚੋਟਾਂ ਖਾਸੀ ਕੌਣ, ਉੱਥੇ ਚੋਟਾਂ ਕੌਣ ਖਾਊਗਾ, ਤਾਂ ਅੱਗੇ ਜਾ ਕੇ ਲੇਖਾ ਦੇਣਾ ਵੀਰਾ ਤਾਓ ਪੜ੍ਹਿਆ। ਵੀਰਾ ਜਦ ਲੇਖਾ ਦੇਣਾ ਪਿਆ ਨਾ, ਉੱਥੇ ਮਹਾਰਾਜ ਆਸਾ ਮਹੱਲਾ ਪਹਿਲਾ ਪੱਟੀ ਲਿਖੀ ਬਾਣੀ 'ਚ ਲਿਖਦੇ ਨੇ, ਲੇਖਾ ਦੇਣਾ ਵੀਰਾ ਤਾਓ ਪੜ੍ਹਿਆ। ਕਹਿੰਦੇ ਪੜ੍ਹਿਆ ਲਿਖਿਆ ਤਾਂ ਅੱਗੇ ਜਾ ਕੇ ਪਤਾ ਲੱਗਣਾ ਜਾਂ ਲੇਖਾ ਦੇਣਾ। ਪੜ੍ਹੇ ਦਾ ਅੱਜ ਇਹ ਤਾਂ ਨਹੀਂ ਕਿ ਹੁਣੇ ਹੀ ਪੜ੍ਹੇ ਲੋਕ ਨੇ, ਆਹ ਸਿੱਧ ਵੀ ਤਾਂ ਹੁਣ ਪੜ੍ਹਿਆ ਲਿਖਿਆ ਹੀ ਆਇਆ। ਕਿੰਨੀ ਉਂਗਲ ਮੂੰਹ ਖੁੱਲ੍ਹਦਾ, ਕਿੰਨੀਆਂ ਗਾਹਾਂ ਨਾੜਾਂ ਨੇ, ਕਿੰਨਾ ਫਲਾਨਾ ਢਿਮਕਾ ਜਿਹਾ, ਔਰ ਮਹਾਰਾਜ ਨੇ ਇਹਨੂੰ ਸਾਰਾ ਜਵਾਬ ਦੇ ਦਿੱਤਾ ਹੈ। ਇਸ ਤਰ੍ਹਾਂ ਸੰਸਾਰ ਦੇ ਲੋਕ ਜਿਹੜੇ ਨੇ ਬਹੁਤ ਘਾਚੇ ਮਾਚੇ ਕਰਕੇ ਕਾਗਜ਼ਾਂ 'ਤੇ ਲਿਖ ਫੜ ਕੇ ਦੁਨੀਆ ਨੂੰ ਹਰਾਉਣ ਦਾ ਯਤਨ ਕਰਦੇ ਨੇ। ਆਹ ਕਿੱਥੇ ਲਿਖਿਆ, ਉਹ ਕਿੱਥੇ ਹੈ। ਇਸ ਤਰ੍ਹਾਂ ਪ੍ਰਸ਼ਨ ਕਰਤਾ ਇੱਕ ਬਹੁਤ ਪੁਰਾਣੀ ਗੱਲ, ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਕੋਲ ਆਇਆ ਗੰਗਾ ਨਗਰ, ਆ ਕੇ ਕਹਿਣ ਲੱਗਿਆ ਮੈਂ ਕੁਝ ਪ੍ਰਸ਼ਨ ਕਰਨੇ ਨੇ। ਉਹਨੇ ਇੱਦਾਂ ਦੇ ਟੇਢੇ ਮੇਢੇ ਜਿਹੇ ਆਪਣੇ ਪ੍ਰਸ਼ਨ ਕੀਤੇ, ਮਹਾਂਪੁਰਖਾਂ ਨੇ ਸਾਰੇ ਜਵਾਬ ਦੇ ਦਿੱਤੇ। ਬ੍ਰਹਮ ਗਿਆਨੀ ਨੂੰ ਕੀ ਔਖਾ ਹੁੰਦਾ। ਕਹਿੰਦੇ ਹੁਣ ਅਸੀਂ ਤੈਨੂੰ ਪੁੱਛੀਏ ਇੱਕ ਪ੍ਰਸ਼ਨ, ਕਹਿੰਦੇ ਦੱਸੋ। ਕਹਿੰਦੇ ਦੱਸ ਤੂੰ ਕੌਣ ਹੈ। ਉਹ ਖੜਾ ਸਟੱਕ ਜਿਹਾ ਹੋ ਜਾਂਦਾ ਬੰਦਾ, ਜਿਵੇਂ ਸੋਚਣ ਲੱਗ ਗਿਆ। ਕਹਿੰਦੇ ਹਾਂ ਭਾਈ ਦੱਸ। ਕਹਿੰਦੇ ਜੀ ਮੈਂ ਬੰਦਾ। ਕਹਿੰਦੇ ਬੰਦੇ ਕਿਹੜੀ ਚੀਜ਼ ਦਾ ਨਾਂ ਹੈ। ਆਹ ਕੀ ਹੈ ਬਾਹਾਂ, ਆਹ ਕੀ ਲੱਤਾਂ, ਇਹ ਧਾੜ ਹੈ, ਸਿਰ ਹੈ। ਬੰਦਾ ਕਿਹੜੀ ਚੀਜ਼ ਦਾ ਨਾਂ ਹੈ। ਕਾਫੀ ਦੇਰ ਬਾਅਦ ਕਹਿੰਦੇ ਕਿੰਨੀ ਪੜ੍ਹਿਆ। ਕਹਿੰਦੇ MA। ਕਹਿੰਦੇ MA ਨਹੀਂ, ਐਵੇਂ ਹੀ ਹੈ ਤੂੰ। ਜਿਸ ਇਨਸਾਨ ਨੂੰ ਇਹ ਨਹੀਂ ਪਤਾ ਕਿ ਮੈਂ ਕੌਣ ਹਾਂ, ਫਿਰ ਉਹਦੀ ਪੜ੍ਹਾਈ ਕੀ ਕਰੂਗੀ। ਕਹਿੰਦੇ ਜੀ ਫਿਰ ਤੁਸੀਂ ਦੱਸੋ ਮੈਂ ਕੌਣ ਹਾਂ। ਕਹਿੰਦੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰਾ ਨਾਲ ਹੈ, ਗੁਰਮਤੀ ਰੰਗ ਮਾਣ। ਕਹਿੰਦੇ ਤੂੰ ਜੋਤ ਸਰੂਪ ਹੈ, ਤੂੰ ਆਤਮਾ ਹੈ ਤੂੰ।
ਕਹਿੰਦੇ ਬੰਦਾ ਉਹ ਹੁੰਦਾ ਜਿਹੜਾ ਬੰਦਗੀ ਕਰਦਾ, ਬੰਦਾ ਹੋਏ ਸੋ ਬੰਦਗੀ ਗਹਿ। ਤੇ ਜੇ ਮਨੁੱਖਾ ਦੇਹੀ ਪਾ ਕੇ ਬੰਦਗੀ ਨਹੀਂ ਕੀਤੀ ਤਾਂ ਫਿਰ ਉਹ ਕਾਹਦਾ ਬੰਦਾ? ਉਹ ਤਾਂ ਗੰਦਾ ਹੀ ਹੈ। ਸਾਰੀ ਜ਼ਿੰਦਗੀ ਕੱਪੜੇ ਉਹਨੇ ਗੰਦੇ ਕੀਤੇ ਨੇ, ਰੋਟੀ ਉਹਨੇ ਗੰਦੀ ਕੀਤੀ, ਪਾਣੀ ਉਹਨੇ ਗੰਦਾ ਕੀਤਾ। ਉਹ ਕੀ ਆ ਬੰਦਾ? ਬੰਦਾ ਆਪਣੇ ਆਪ 'ਚ ਆਪ ਕੀ ਸਮਝਦਾ ਆਪਣੇ ਆਪ ਨੂੰ? ਜੇ ਬੰਦੇ ਅੰਦਰ ਇੰਨੀ ਸਿਆਣਪ ਸੀ ਤਾਂ ਮੌਤ ਤੇ ਹੁਣ ਤੱਕ ਜਿੱਤ ਕਿਉਂ ਨਹੀਂ ਪ੍ਰਾਪਤ ਕੀਤੀ? ਫਿਰ ਬੰਦਾ ਆ ਕੇ ਦੁਨੀਆ 'ਚੋਂ ਚਲਿਆ ਕਿਉਂ ਜਾਂਦਾ? ਹਾਲੇ ਤੱਕ ਜੂਨਾਂ ਵਿੱਚ ਜਾਣੋਂ ਕਿਉਂ ਨਹੀਂ ਹਟਿਆ? ਇਹ ਬਾਰ-ਬਾਰ ਮਾਤਾ ਦੇ ਉਦਰ 'ਚ ਕਿਉਂ ਪੁੱਠਾ ਲਟਕਦਾ? ਇਹ ਬੰਦਾ ਫਿਰ ਨਰਕਾਂ ਨੂੰ ਕਿਉਂ ਚਲੇ ਜਾਂਦਾ? ਜੇ ਇੰਨਾ ਹੀ ਸਿਆਣਾ ਫਿਰ ਹੋਰ ਇੱਧਰ ਉੱਧਰ ਕਿਉਂ ਭਟਕਦਾ ਫਿਰਦਾ? ਜੇ ਇੰਨਾ ਹੀ ਸਿਆਣਾ ਬੰਦਾ ਹੋਰ ਚੀਜ਼ਾਂ ਤੇ ਅਜੇ ਤੱਕ ਕਾਬੂ ਨਹੀਂ ਪਾ ਸਕਿਆ ਕਿਸੇ ਗੱਲ ਦੇ ਉੱਤੇ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਜਿਹੜੀਆਂ ਸਿਆਣਪਾਂ ਨੇ ਭਗਤ ਬਿਨਾਂ ਬਹੁ ਡੂਬੇ ਸਿਆਣੇ। ਸੋ ਇਹਦੇ ਨਾਲ ਨਾਲ ਇਹ ਨਹੀਂ ਹੁੰਦਾ ਕਿ ਆਪਾਂ ਕਿਸੇ ਨੂੰ ਉਲਟ ਬੋਲਦੇ ਹਾਂ ਜਾਂ ਕਿਸੇ ਨਿੰਦਿਆ ਕਰਦੇ ਹਾਂ ਜਾਂ ਕਿਸੇ ਨੂੰ ਆਪਾਂ ਮਾੜਾ ਕਹਿੰਦੇ ਹਾਂ। ਇਹ ਨਹੀਂ ਹੁੰਦੀ ਗੱਲ। ਹੁਣ ਮੈਂ ਕਥਾ ਕਰਦਾ, ਸਾਰੇ ਲੋਕ ਕਥਾ ਸੁਣਦੇ ਹੀ ਆ। ਮੈਂ ਕਿਹੜਾ ਪਿੱਛੋਂ ਵੀ ਬਹੁਤ ਤਿਆਰੀਆਂ ਕਰਕੇ ਆਉਣਾ, ਆ ਕੇ ਬੈਠਣਾ ਹੀ ਹੁੰਦਾ, ਬਸ ਕਥਾ ਸ਼ੁਰੂ ਕਰ ਦਈਦੀ ਹੈ। ਜੇ ਮੈਂ ਚਾਹੁੰਦਾ ਕਿ ਮੈਂ ਨਹੀਂ ਸੀ ਬਣ ਸਕਦਾ ਆਫੀਸਰ, ਡਾਕਟਰ, ਕੋਈ ਇੰਜੀਨੀਅਰ ਬਣ ਸਕਦਾ ਸੀ ਮੈਂ। ਮੇਰੇ ਘਰ ਦੇ ਸਾਰੇ ਹੀ ਬਹੁਤ ਪੜ੍ਹੇ ਲਿਖੇ, ਮੈਨੂੰ ਹੀ ਰੱਬ ਨੇ ਇੱਧਰ ਕਿਉਂ ਲਾਇਆ, ਮੇਰੀ ਡਿਊਟੀ ਕਿਉਂ ਲਾਈ ਇੱਧਰ? ਇਹ ਗੱਲਾਂ ਨਹੀਂ ਹੁੰਦੀਆਂ ਕਿ ਪੜ੍ਹਾਈ ਨਹੀਂ ਆ ਸਕਦੀ। ਪੜ੍ਹਾਈ ਨੂੰ ਕੀ ਹੈ, ਦਿਮਾਗ ਚਾਹੀਦਾ, ਜਿੰਨੀ ਹੁਣ ਮਰਜ਼ੀ ਪੜ੍ਹਾਈ ਕਰ ਸਕਦੇ ਆਪਾਂ। ਪੜ੍ਹਾਈ ਦੀ ਗੱਲ ਨਹੀਂ ਹੈ। ਮੈਂ ਇਹ ਸਾਰੀਆਂ ਚੀਜ਼ਾਂ ਤੋਂ ਹਟ ਕੇ ਇੱਕ ਗੱਲ ਸੋਚਦਾ ਕਿ ਸਭ ਤੋਂ ਵਧੀਆ ਕੀ ਚੀਜ਼ ਹੈ। ਭਗਤ ਕਬੀਰ ਜੀ ਨੂੰ ਕੋਈ ਆ ਕੇ ਇਸ ਤਰ੍ਹਾਂ ਕਹਿਣ ਲੱਗਿਆ, ਉਹ ਕਹਿੰਦੇ ਕਿਆ ਪੜ੍ਹੀ ਹੈ, ਕਿਆ ਗੁਨੀਆ, ਕਿਆ ਵੇਦ ਪੁਰਾਨਾ ਸੁਣੀਐ, ਪੜ੍ਹੇ ਸੁਨੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ, ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੈ ਬਾਰੰਬਾਰਾ, ਅੰਧਿਆਰੇ ਦੀਪਕ ਚਾਹੀਏ, ਇੱਕ ਬਸਤਾ ਗੋਚਰ ਲਈਐ, ਬਸਤਾ ਗੋਚਰ ਪਾਈ, ਘਟ ਦੀਪਕ ਰਹਿਆ ਸਮਾਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਪੜ੍ਹਨਾ ਗੁੜਨਾ ਸੰਸਾਰ ਕੀ ਕਾਰ ਹੈ। ਇਹ ਸੰਸਾਰ ਦੇ ਹੀ ਕੰਮ ਹੁੰਦੇ ਨੇ, ਪੜ੍ਹਨਾ ਗੁਣਨਾ। ਇਹ ਸਿਰਫ ਪੈਸਿਆਂ ਲਈ ਮਸਲਾ ਹੈ, ਕਮਾਈ ਵਾਸਤੇ ਹੁੰਦੇ ਹੈ। ਪਰ ਅੰਤਰੀ ਭਾਵ ਵਿੱਚ ਆਪਾਂ ਜਦੋਂ ਭਗਤੀ ਕਰਦੇ ਹਾਂ, ਆਪਣੇ ਅੰਦਰ ਇੰਨੀ ਤਾਕਤ ਹੁੰਦੀ ਹੈ ਕਿ ਸਾਰੇ ਜਿਤਨੇ ਵੀ ਸੰਸਾਰ ਦੇ ਕੰਮ ਨੇ ਬ੍ਰਹਮ ਗਿਆਨੀ ਇਕੱਲਾ ਹੀ ਕਰ ਸਕਦਾ। ਜਿਵੇਂ ਪਰਮੇਸ਼ਰ ਆਪ ਹੀ ਕਰੀ ਜਾਂਦੇ ਨੇ ਹੁਣ ਸਾਰਾ ਕੁਝ। ਪਰਮੇਸ਼ਰ ਨੇ ਕਿਹੜੀ ਪੜ੍ਹਾਈ ਕੀਤੀ ਹੋਈ? ਇਸ ਕਰਕੇ ਜਾਂ ਗੁਰਾਂ ਨੂੰ ਕੋਈ ਕਹੇ ਕਿ ਉਹਨਾਂ ਨੇ ਕਿਹੜੀ ਪੜ੍ਹਾਈ ਕੀਤੀ ਹੋਈ ਹੈ। ਅਸਲ ਵਿੱਚ ਆਪਾਂ ਪੜ੍ਹਾਈ ਕਰਦੇ ਹਾਂ ਕਿ ਬੁੱਧੀ ਤਿੱਖੀ ਹੋ ਜਾਵੇ ਆਪਣੀ। ਤਾਂ ਆਪਾਂ ਜਿਵੇਂ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਕਥਾ ਦੇ ਸ਼ੁਰੂ 'ਚ, ਸਾਰਿਆਂ ਨੇ ਕਿਹਾ ਮੁੱਲਾਂ ਕੋਲ ਪੜ੍ਹੋ, ਪਾਂਧੇ ਕੋਲ ਪੜ੍ਹੋ, ਉੱਥੇ ਪੜ੍ਹੋ, ਉੱਥੇ ਪੜ੍ਹੋ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਪਿਤਾ ਜੀ ਇਹ ਕਾਹਦੇ ਲਈ ਪੜ੍ਹਦੇ ਹੁੰਦੇ ਨੇ ਲੋਕ? ਮੁੱਲਾਂ ਜੀ ਇਹ ਕਾਹਦੇ ਲਈ ਪੜ੍ਹਦੇ? ਕਹਿੰਦੇ ਵੀ ਤੇਰੇ ਪਿਤਾ ਦਾ ਪਟਵਾਰੀ ਦਾ ਕੰਮ ਹੈ, ਫਿਰ ਮਿੰਟੀਆਂ ਗਿਣਤੀ ਕਰੇਗਾ, ਫਿਰ 4 ਪੈਸੇ ਬਣਨਗੇ। ਕਹਿੰਦੇ ਬਸ ਪੈਸੇ ਲਈ ਵੀ ਪੜ੍ਹਨਾ ਹੁੰਦਾ? ਸੰਸਾਰ ਅੰਦਰ ਜਿੰਨੀ ਵਿੱਦਿਆ ਉਹ ਪੈਸੇ ਲਈ ਹੁੰਦੀ ਬਹੁਤੀ। 2 ਤੇ 2 4 ਹੀ ਸਿੱਖਣਾ ਹੁੰਦਾ, ਜਾਂ ਕੋਈ ਚੀਜ਼ ਬਣਾਉਣ ਲਈ। ਪਰ ਕਦੇ ਸੋਚਿਆ ਆਪਾਂ ਇਹ ਗੱਲ ਨੂੰ? ਕਿਸੇ ਨੇ ਸੋਚਿਆ ਕਿ ਅੱਜ ਸਾਇੰਸਦਾਨ ਤਾਰਿਆਂ ਦੀ ਖੋਜ ਕਰਦੇ ਨੇ ਬੁੱਧੀ ਨਾਲ, ਪਰ ਕਦੇ ਸੋਚਿਆ ਕਿ ਤਾਰੇ ਕਿਹਨੇ ਬਣਾਏ ਨੇ? ਉਹ ਪ੍ਰਮਾਤਮਾ ਨੇ ਬਣਾਏ ਨੇ। ਤੇ ਜਿਹਨੇ ਬਣਾਏ ਨੇ ਉਹਦੀ ਤਾਂ ਇਹ ਖੋਜ ਨਹੀਂ ਕਰ ਸਕੇ ਹਾਲੇ ਤੱਕ। ਉਹ ਵੱਡਾ ਕਿ ਇਹ ਵੱਡੇ ਨੇ? ਇਹਨਾਂ ਵਿਚਾਰਿਆਂ ਨੂੰ ਤਾਂ ਕੁਝ ਪਤਾ ਹੀ ਨਹੀਂ ਲੱਗ ਰਿਹਾ ਹਾਲੇ ਤੱਕ। ਬਹੁਤ ਚੀਜ਼ਾਂ ਨੇ ਜਿਨ੍ਹਾਂ ਦਾ ਗਿਆਨ ਕਿਸੇ ਨੂੰ ਵੀ ਨਹੀਂ ਹੋ ਸਕਦਾ, ਪਰ ਆਤਮਿਕ ਗਿਆਨ ਵਿੱਚ ਸਾਰਾ ਕੁਝ ਆ ਜਾਂਦਾ। ਮੈਂ ਤਾਂ ਉਹਨਾਂ ਨੂੰ ਵੀ ਸਾਰਿਆਂ ਨੂੰ ਬੇਨਤੀ ਕਰਾਂਗਾ, ਤੁਸੀਂ ਫਾਈਲਾਂ ਤਿਆਰ ਕਰ ਕਰਕੇ, ਪਿੱਛੋਂ ਤਿਆਰੀਆਂ ਕਰ ਕਰਕੇ ਤਰਕਾਂ ਕੁਤਰਕਾਂ ਕਰਦੇ ਹੋ ਨਾ, ਇਹ ਛੱਡ ਕੇ ਬਾਣੀ ਪੜ੍ਹਿਆ ਕਰੋ। ਮਾਲਾ ਫੜ ਲਓ, ਮਾਲਾ, ਜੇ ਚੰਗੇ ਰਹਿਣਾ। ਨਹੀਂ ਤਾਂ ਇਹ ਜਿਹੜੀਆਂ ਤਰਕਾਂ ਕੁਤਰਕਾਂ ਕਰਨੀਆਂ ਨੇ, ਆਹ ਨਹੀਂ ਠੀਕ, ਉਹ ਨਹੀਂ ਠੀਕ, ਕਰਦਿਆਂ ਕਰਦਿਆਂ ਜ਼ਿੰਦਗੀ ਲੰਘ ਜਾਣੀ ਹੈ। ਬੁਢੇਪੇ 'ਚ ਜਾ ਕੇ ਕਿਸੇ ਨੇ ਪੁੱਛਣਾ ਤੱਕ ਨਹੀਂ ਹੈ। ਉਹ ਜਿਹੜੇ ਬਹੁਤਾ ਰੌਲਾ ਪਾਉਂਦੇ ਸੀ ਨਾ, ਉਹ ਕਈ ਜਣੇ ਤਾਂ ਹੁਣ ਜਿਹੜੇ ਕਹਿੰਦੇ ਸੀ ਆਹ ਬਾਣੀ ਐ ਨਹੀਂ, ਉਹ ਬਾਣੀ, ਉਹ ਪਾਗਲ ਹੋਏ ਵੇ ਨੇ ਹੁਣ। ਉਹਨਾਂ ਨੂੰ ਕੋਈ ਪੁੱਛਦਾ ਨਹੀਂ। ਉਹਨਾਂ ਦੇ ਪਿੰਡ ਦੇ ਵਿੱਚ ਸਾਰੇ ਲੋਕ ਵੱਟੇ ਮਾਰਦੇ ਉਹਨੂੰ। ਇਹੋ ਜਿਹੇ ਲੋਕ ਮੈਂ ਦੇਖੇ ਨੇ। ਬਾਣੀ ਤੇ ਕਿੰਤੂ ਕਰਨ ਵਾਲਾ ਅਖੀਰ ਨੂੰ ਜਾ ਕੇ ਪਾਗਲ ਹੋ ਜਾਂਦਾ, ਕਿਉਂਕਿ ਉਹਨੂੰ ਸਜ਼ਾ ਤਾਂ ਮਿਲਣੀ ਹੈ। ਤਾਂ ਤੇ ਆਪਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਤੋਂ ਡਰ ਕੇ ਭਗਤੀ ਕਰਨੀ ਚਾਹੀਦੀ ਹੈ। ਗਜ ਦੰਤ ਮਿਰਗ ਸਿੰਘ ਡਰੈ ਨਾ ਡਰਾਏ, ਤਾਂ ਕਿ ਕਿਹਰੀ ਅਤੋਲ ਬਲ ਹੋਏ ਕੈਸੇ ਹਾਨੀਏ। ਹੁਣ ਗਜ ਹਾਥੀ ਦੇ ਜਿਹੜੇ ਦੰਦ ਹੁੰਦੇ ਨੇ, ਮਿਰਗ ਦੇ ਸਿੰਘ ਹੁੰਦੇ ਨੇ, ਡਰੈ ਨਾ ਡਰਾਏ ਤਾਂ ਕਿ ਕਿਹਰੀ ਸ਼ੇਰ ਜਿਹੜਾ ਹੁੰਦਾ ਉਹ ਕਿਤੇ ਡਰ ਜਾਂਦਾ ਹਾਥੀ ਦੇ ਦੰਦ ਦੇਖ ਕੇ, ਵੀ ਹਾਥੀ ਦੰਦ ਨਾ ਮਾਰੇ ਆ ਕੇ ਮੇਰੇ। ਤੇ ਹਿਰਨ ਦੇ ਸਿੰਘ ਤੋਂ ਡਰਾਇਆ ਕਿਤੇ ਸ਼ੇਰ ਡਰ ਜਾਂਦਾ ਹੁੰਦਾ।
ਹਿਰਨ ਦੇ ਸਿੰਘ ਕਿੰਨੇ ਕੁ ਜ਼ਬਰਦਸਤ ਹੁੰਦੇ, ਜਾਂ ਸ਼ੇਰ ਗਰਦਨ ਤੋਂ ਹੀ ਫੜਦਾ ਸਿੱਧਾ ਜਾ ਕੇ ਉਹਨੂੰ। ਅਤੋਲ ਬਲ ਹੋਏ ਕੈਸੇ ਹਾਨੀਏ। ਸ਼ੇਰ ਵਿੱਚ ਇੰਨਾ ਅਤੋਲ ਬਲ ਹੁੰਦਾ ਹੈ ਕਿ ਸ਼ੇਰ ਤਾਂ ਹਾਥੀ ਨੂੰ ਵੀ ਫੜ ਕੇ ਸੁੱਟ ਲੈਂਦੇ ਨੇ, ਇਕੱਠੇ ਹੀ ਪੈਂਦੇ ਨੇ ਕਿੰਨੇ ਜਾਣੇ ਇਹ। ਇਸ ਕਰਕੇ ਬਹੁਤ ਸਾਰੇ ਜਾਨਵਰ ਜਿਹੜੇ ਨੇ ਜਿੰਨੇ ਮਰਜ਼ੀ ਤਕੜੇ ਹੋਣ, ਪਰ ਸ਼ੇਰ ਨਾਲੋਂ ਫਿਰ ਕੋਈ ਤਕੜਾ ਨਹੀਂ ਹੁੰਦਾ। सिद्ध लायो चाहे नहीं लग तो शकत कट जैसे ही पपील का पहाड़ को उचात है। ਹੁਣ ਉਹਨੇ ਕੀ ਕੀਤਾ, ਦੇਖਿਆ ਵੀ ਇਹ ਤਾਂ ਗੱਲਾਂ 'ਚ ਨਹੀਂ ਆਉਂਦੇ, ਰਿੱਧੀਆਂ ਸਿੱਧੀਆਂ ਜਿਹੀਆਂ ਲਾਉਣ ਲੱਗਿਆ ਆਪਣੀਆਂ। ਕੀ ਚੀਜ਼ ਰਿੱਧੀਆਂ ਸਿੱਧੀਆਂ, ਕੋਈ ਖਾਸ ਗੱਲ, ਰਿੱਧ ਸਿੱਧ ਨਾਵ ਹੈ ਕੀ ਦਾਸੀ। ਉਹ ਸਿੱਧ ਲਾਇਓ ਚਾਹੇ ਆਪਣੀ ਸਿੱਧੀਆਂ ਲਾਉਂਦੇ ਨੇ, ਨਹੀਂ ਲੱਗਤ ਸ਼ਕਤ ਕੱਚ। ਉੱਥੇ ਕੀ ਚੱਲਣੀਆਂ ਰਿੱਧੀਆਂ ਸਿੱਧੀਆਂ ਕੀ ਚੱਲਣੀਆਂ ਨੇ, ਜੈਸੇ ਹੀ ਪਪੀਲ ਕਾ ਪਹਾੜ ਕੋ ਉਚਾਤ ਹੈ। ਪਪੀਲ ਕਾ ਨਾਮ ਹੁੰਦਾ ਕੀੜੀ ਦਾ। ਜਿਵੇਂ ਕੀੜੀ ਪਹਾੜ ਨੂੰ ਚੁੱਕਣਾ ਚਾਹੁੰਦੀ ਹੋਵੇ ਤੇ ਚੁੱਕ ਨਾ ਸਕੇ। ਸਭੈ ਵਿਦ ਜੋ ਹੈ ਦੇਖ ਆਪ ਤੇ ਬਸੇਖ ਲੱਖ ਲੱਜਤ ਹਵੈ ਹਰ ਜਾਤ ਰਿਧਿ ਪਸਚਾਤ ਹੈ। ਹੁਣ ਸਾਰੇ ਤਰੀਕਿਆਂ ਨਾਲ ਚੰਗੀ ਤਰ੍ਹਾਂ ਮਹਾਰਾਜ ਨੂੰ ਦੇਖਿਆ, ਪਰਖਿਆ, ਜਾਣਿਆ ਵੀ ਤੇ ਜ਼ਿਆਦਾ ਹੀ ਤਕੜਾ ਹੈ। ਮੈਂ ਤਾਂ ਬੜਾ ਧਾਈ ਕਰਕੇ ਆਇਆ ਸੀ ਵੀ ਜਾਂਦੇ ਜਿੱਤ ਲਵਾਂਗਾ। ਰਿੱਧੀਆਂ ਸਿੱਧੀਆਂ ਤਾਂ ਜਵਾਬ ਦੇਣੇ, ਰਿੱਧੀਆਂ ਸਿੱਧੀਆਂ ਭਜਦੀਆਂ ਡਰ ਡਰ ਕੇ, ਹਸਤੀ ਭਾਗ ਕੇ ਚੀਸਾਂ ਮਾਰੈ। ਜਦੋਂ ਜਾ ਕੇ ਬੰਨ ਕੇ ਸਿੱਟਿਆ ਨਾ, ਉਸ ਵਕਤ ਨਾਮਦੇਵ ਜੀ ਨੂੰ ਵੀ, ਕਬੀਰ ਜੀ ਨੂੰ ਹਾਥੀ ਮੂਹਰੇ ਸੁੱਟ ਦਿੱਤਾ ਸੀ। ਉਸ ਵਕਤ ਜਦੋਂ ਸੁੱਟਿਆ ਤੇ ਹਾਥੀ ਡਰ ਗਿਆ, ਭੱਜ ਗਿਆ। ਰਾਜਾ ਕਹਿੰਦਾ ਉਹ ਤੈਨੂੰ ਹਾਥੀ ਚਲਾਉਣਾ ਨਹੀਂ ਆਉਂਦਾ ਮਹਾਵਤ ਨੂੰ? ਕਹਿੰਦਾ ਪਤਾ ਨਹੀਂ ਜੀ। ਕਹਿੰਦੇ ਅਸਲੀ ਗੱਲ ਇਹ ਸੀ ਕਿ ਭਗਤਾਂ ਦੇ ਜਿਹੜੇ ਰੂਪ ਸੀ ਨਾ, ਉਹ ਹਾਥੀ ਨੂੰ ਸ਼ੇਰ ਦਿਖਦਾ ਸੀ ਮੂਹਰੋਂ। ਉਹ ਸ਼ੇਰ ਵਿੱਚ ਤਬਦੀਲ ਹੋ ਜਾਂਦਾ, ਅਕਾਲ ਪੁਰਖ ਕਰ ਦਿੰਦੇ ਆਪੇ ਜਦੋਂ ਕਰਨਾ ਹੋਵੇ। ਉਹ ਸ਼ੇਰ ਹੀ ਦਿਖੇ, ਉਹ ਹਾਥੀ ਚੀਕਾ ਮਾਰ ਕੇ ਭੱਜਿਆ ਕਰੇ। ਇਸ ਤਰ੍ਹਾਂ ਜਿਹੜੇ ਲੋਕ ਜਾਂਦੇ ਨੇ ਕਿ ਅਸੀਂ ਐਂ ਕਰ ਦਿਆਂਗੇ, ਇਉਂ ਕਰ ਦਿਆਂਗੇ। ਇੱਕ ਵਾਰੀ ਹਜੂਰ ਸਾਹਿਬ 1930 ਦੀ ਗੱਲ ਹੈ, ਜਿੱਥੇ ਆਪਾਂ ਸਟੇਸ਼ਨ ਤੋਂ ਉਤਰ ਕੇ ਜਾਂਦੇ ਹਾਂ, ਇੱਕ ਰਸਤੇ 'ਚ ਚੌਂਕ ਦੇ ਵਿੱਚ ਸ਼ਿਵਾਜੀ ਮਰਾਠਾ ਦਾ ਬੁੱਤ ਲੱਗਿਆ ਹੋਇਆ, ਘੋੜੇ ਤੇ ਖੜੇ ਨੇ। ਤਾਂ ਉੱਥੇ ਪਹਿਲਾਂ ਕੋਈ ਥਾਂ ਸੀ ਬਣਿਆ ਹੋਇਆ, ਮਸਜਿਦ ਆਦਿਕ ਸੀਗੀ 1930 ਵੇਲੇ। ਉੱਥੇ ਸਾਰੇ ਬੜੇ ਇਕੱਠੇ ਹੋਏ। ਇੱਕ ਦਿਨ ਮੁਸਲਮਾਨ ਇਕੱਠੇ ਹੋ ਕੇ ਕਹਿੰਦੇ ਆਪਾਂ ਇਹਨਾਂ ਦਾ, ਸਿੱਖਾਂ ਦਾ ਜਿਹੜਾ ਹਜੂਰ ਸਾਹਿਬ ਦਾ ਗੁਰਦੁਆਰਾ ਸਾਰਾ ਲੁੱਟ ਲੈਂਦੇ ਆ, ਪੈਸੇ ਕਾਫੀ ਹੁੰਦੇ ਨੇ ਉੱਥੇ। ਉਹ ਸਾਰੀਆਂ ਗਲੀਆਂ ਦੇ ਵਿੱਚ ਦੀ ਪ੍ਰਵੇਸ਼ ਹੋ ਗਏ, ਅਲੀ ਅਲੀ ਕਰਦੇ ਆ ਗਏ, ਡਾਂਗ ਸੋਟੇ ਫੜ ਕੇ। ਤਾਂ ਉਸ ਵਕਤ ਪਤਾ ਵੀ ਲੱਗ ਗਿਆ ਇੱਥੇ ਸਕੂਲ ਹੁੰਦਾ ਸੀ, ਬੱਚੇ ਪੜ੍ਹਦੇ ਸੀ, ਉਸ ਕਾਫੀ ਵੱਡੇ ਵੱਡੇ। ਸਾਰੇ ਬੱਚੇ ਨੂੰ ਕਿਹਾ ਸਾਰਿਆਂ ਨੇ ਬਈ ਰੋੜੇ ਲੈ ਕੇ ਕੋਠੇ ਚੜ੍ਹ ਜਾਓ ਸਾਰੇ ਜਾਣੇ। ਉਹ ਕੋਠੇ ਦੇ ਉੱਤੇ ਦਰਬਾਰ ਸਾਹਿਬ ਵਾਲੇ ਪਾਸੇ ਛੱਤ ਤੇ ਚੜ੍ਹ ਗਏ, ਹੋਰ ਸਟਾਫ ਸਾਰਾ, ਜਿੰਨੇ ਵੀ ਇੱਥੇ ਸੇਵਾਦਾਰ ਸੀ ਸਾਰੇ। ਉਹਨੇ ਕਿਹਾ ਜਦੋਂ ਵੀ ਆਉਣਗੇ ਨੇੜੇ ਤਾਂ ਵੱਟੇ ਮਾਰਨੇ, ਕਿਉਂਕਿ ਇਹਨਾਂ ਨੇ ਇੱਦਾਂ ਸਾਰਾ ਨੁਕਸਾਨ ਕਰ ਦੇਣਾ ਇੱਥੇ। ਹਲੇ ਇਹਨਾਂ ਨੇ ਵੱਟੇ ਮਾਰਨੇ ਹੀ ਸੀਗੇ ਤੇ ਉਹ ਪਹਿਲਾਂ ਹੀ ਵਾਪਸ ਭੱਜ ਲਏ ਸਾਰੇ ਜਾਣੇ। ਉਹ ਕਿਸੇ ਨੇ ਪੁੱਛਿਆ, ਉਹ ਤੁਸੀਂ ਇੰਨੇ ਹਜ਼ਾਰਾਂ ਦੀ ਗਿਣਤੀ ਸੀਗੇ, ਤੁਸੀਂ ਲੁੱਟਣ ਗਏ ਸੀ ਤੇ ਉਹ ਤੇ ਵੱਟੇ ਮਾਰਨ ਤੋਂ ਉਹ ਤਿਆਰ ਕਰੇ ਬੰਦੇ ਵੀ, ਉਹ ਵੱਟਾ ਤਾਂ ਕਿਸੇ ਨੇ ਨਹੀਂ ਮਾਰਿਆ, ਥੋੜੇ ਬਹੁਤ ਚਲਾਏ ਉਹਨਾਂ ਨੇ। ਤੇ ਤੂੰ ਵੱਟਿਆਂ ਤੋਂ ਹੀ ਡਰ ਗਏ? ਤੁਹਾਡੇ ਕੋਲ ਤਾਂ ਜਿਹੜੇ ਸੀਗੇ ਸ਼ਸਤਰ। ਉਹ ਕਹਿੰਦੇ ਵੱਟਿਆਂ ਤੋਂ ਨਹੀਂ ਡਰਦੇ ਸੀ ਅਸੀਂ। ਉਹ ਜਿਹੜਾ ਕੋਠੇ ਤੇ ਫਿਰਦਾ ਸੀ ਨਾ ਘੋੜੇ ਤੇ ਕੋ ਨਾਲ ਨੀਲੇ ਬਾਣੇ ਪਾਏ ਸੀ ਜਿਹੜੇ, ਕਿੰਨੇ ਜਾਣੇ, ਕਿਉਂ ਉਹਦੇ 40 ਸੀਗੇ, ਤਾਂ ਪਤਾ ਨਹੀਂ ਕਿੰਨੇ ਹਜ਼ਾਰਾਂ ਦੀ ਗਿਣਤੀ, ਤੀਰ ਕਮਾਨ ਜਾਂ ਛੱਡੇ ਉਹਨਾਂ ਨੇ ਸਾਡੇ ਵੱਲ ਨੂੰ, ਅਸੀਂ ਤਾਂ ਭੱਜਿਆ ਏ ਡਰਦੇ। ਸੋ ਇਸ ਕਰਕੇ ਹੈ ਕਿ ਲੋਕਾਂ ਨੂੰ ਉਹ ਚੀਜ਼ ਨਹੀਂ ਦਿਖਦੀ, ਉਹ ਨਜ਼ਰ ਨਹੀਂ ਆਉਂਦੀ। ਪਰਮੇਸ਼ਰ ਦੀ ਜੇ ਖੇਡ ਸਮਝ ਲੈ ਹਰ ਕੋਈ, ਫਿਰ ਸਾਰਿਆਂ ਨੂੰ ਪਤਾ ਲੱਗ ਜੇ। ਤਾਂ ਤੇ ਜਿਹੜੀ ਰੱਖਿਆ ਹੈ ਉਹ ਸਿਰ ਮਸਤਕ ਰੱਖਿਆ, ਪਾਰ ਬ੍ਰਹਮੰ ਹਸਤ ਕਾਇਆ ਰੱਖਿਆ ਪਰਮੇਸ਼ਰ ਹੈ। ਅਕਾਲ ਪੁਰਖ ਵਾਹਿਗੁਰੂ ਸਰਬ ਲੋਕ ਕੀ ਰੱਖਿਆ ਹਮਨੇ। ਮਹਾਰਾਜ ਕਹਿੰਦੇ ਸਾਡੀ ਰੱਖਿਆ ਪ੍ਰਮਾਤਮਾ ਕਰਦਾ ਹੈ, ਵਾਹਿਗੁਰੂ ਸਾਡੀ ਰੱਖਿਆ ਕਰਦਾ ਹੈ। ਹਰ ਵਕਤ ਪ੍ਰਮਾਤਮਾ ਸਾਡੇ ਸਿਰ ਤੇ ਹੈ, ਫੌਜਾਂ ਅਕਾਲ ਪੁਰਖ ਦੀਆਂ ਸਾਡੇ ਸਿਰ ਤੇ ਨੇ, ਇਸ ਕਰਕੇ ਉਹ ਰੱਖਿਆ ਹੁੰਦੀ ਹੈ। ਤਾਂ ਹੁਣ ਇਹ ਮਾੜਾ ਮੋਟਾ ਜ਼ੋਰ ਜਿਹਾ ਲਾਉਣ ਲੱਗਿਆ, ਸਤਿਗੁਰੂ ਨੂੰ ਕਰਾਮਾਤ ਦਿਖਾਉਣ ਲੱਗਿਆ, ਫਿਰ ਉੱਥੋਂ ਡਰ ਗਿਆ। ਗੋਰਖ ਕੇ ਢਿਗ ਜਾਏ ਬਚਨ ਅਲਾਏ, ਐਸੇ ਹਮ ਤੇ ਨ ਸੋਟੇ ਜੋ ਮਨ ਹਮ ਬਾਤ ਹੈ। ਹੁਣ ਮਨ ਦੇ ਅੰਦਰ ਪਛਤਾ ਕੇ ਇੱਕਦਮ ਅਲੋਪ ਹੋ ਗਿਆ। ਉੱਥੋਂ ਗੋਰਖ ਦੇ ਕੋਲ ਗਿਆ, ਜਾ ਕੇ ਇਹਨੇ ਉਸ ਵਕਤ ਗੋਰਖ ਨੂੰ ਬਚਨ ਕਹੇ ਭਈ ਉਹ ਐਵੇਂ ਨਾ ਜਾਣਿਓ ਵੀ ਛੋਟਾ ਮੋਟਾ ਕੋਈ ਸਾਤੋਂ ਛੋਟੇ ਨਹੀਂ ਹੈ, ਨਾ ਉਹਨਾਂ ਨੇ ਸਾਡਾ ਮੰਤਰ ਲੈਣਾ, ਨਾ ਉਹਨਾਂ ਨੇ ਉਪਦੇਸ਼ ਲੈਣਾ, ਛੋਟਾ ਜਿਹਾ ਨਾ ਜਾਣ ਲਿਓ।
ਉੱਥੇ ਨਾ ਮੇਰੀ ਕੋਈ ਰਿੱਧੀ ਨਾ ਸਿੱਧੀ, ਇਹੀ ਹੁੰਦੀਆਂ 18 ਸਿੱਧੀਆਂ ਹੁੰਦੀਆਂ ਨੇ। ਰਿੱਧੀ ਹੁੰਦੀ ਅੰਨ ਦੀ ਤੋੜ ਨਾ ਆਉਣੀ, ਨਿੱਧੀ ਹੁੰਦੀ ਮਾਇਆ, ਪੈਸਾ, ਹੀਰੇ ਮੋਤੀ ਜਵਾਹਰਾਤ ਆਦਿਕ। ਵੱਧ ਤੋਂ ਵੱਧ ਕੋਈ ਆ ਮਾੜੇ ਮੋਟੇ ਵੀਰ ਜੇ ਬਸ ਕਰ ਲੂਗਾ, ਜਿਵੇਂ 52 ਵੀਰ ਬਸ ਕੀਤੇ ਸੀ ਬੰਦੇ ਬਹਾਦਰ ਨੇ। ਸੋ ਜਦੋਂ ਮਾਧੋ ਦਾਸ ਬਰਾਗੀ ਉਹਦਾ ਨਾਮ ਸੀ, 10ਵੇਂ ਪਾਤਸ਼ਾਹ ਕੋਲ 52 ਦੇ 52 ਹੀ ਭੇਜੇ ਸੀ ਇਹਨੇ। ਇੱਕ ਵੀਰ ਦੇ ਮੂਹਰੇ ਆਪਾਂ ਕਿੰਨੇ ਹੀ ਲੱਖਾਂ ਕੀ ਕਰੋੜਾਂ ਬੰਦੇ ਨਹੀਂ ਖੜ ਸਕਦੇ ਉਹਦੇ ਮੂਹਰੇ, ਇੰਨਾ ਤਾਕਤਵਰ ਹੁੰਦਾ। ਮਹਾਰਾਜ ਨੇ ਥਾਂ ਥਾਂ ਲਿਖਿਆ ਗਾਵਨ ਵੀਰ ਕਰਾਰੇ, ਉਹ ਬਹੁਤ ਜ਼ਬਰਦਸਤ ਹੁੰਦੇ ਨੇ, ਸ਼ਕਤੀ ਬੜੀ ਹੁੰਦੀ ਹੈ। ਜਦੋਂ ਪਲੰਘ ਉਲਟਾਉਣ ਲੱਗੇ ਨਹੀਂ ਉਲਟਾ ਸਕੇ। ਉਹ 52 ਦੇ 52 ਜਾ ਕੇ ਬੰਦੇ ਬਹਾਦਰ ਨੂੰ ਕਹਿਣ ਲੱਗੇ, ਮਾਧੋ ਦਾਸ ਨੂੰ ਕਹਿ ਦਿਓ ਉੱਥੇ ਨਹੀਂ ਸਾਡੀ ਚੱਲਦੀ, ਹੋਰ ਸ਼ਕਤੀ ਕੋਈ ਨਹੀਂ। ਹੋਰ ਵੀ ਸ਼ਕਤੀਆਂ ਸੀਗੀਆਂ ਭੇਜੀਆਂ ਉਹਨੇ। ਉਸ ਵਕਤ ਆ ਕੇ ਮੱਥਾ ਟੇਕਿਆ ਮਹਾਰਾਜ ਨੂੰ, ਕਹਿਣ ਲੱਗਿਆ ਮਾਫ਼ ਕਰ ਦਿਓ। ਮਹਾਰਾਜ ਕਹੇ ਤੂੰ ਕੌਣ? ਕਹਿੰਦੇ ਮੈਂ ਤੁਹਾਡਾ ਬੰਦਾ, ਮੈਂ ਤੁਹਾਡਾ ਸੇਵਾਦਾਰ, ਮੈਂ ਤੁਹਾਡਾ ਸੇਵਕ। ਉਹ ਬੰਦਾ ਹੋਏ ਸੋ ਬੰਦਗੀ ਗਹਿ, ਬੰਦੇ ਬੰਦਗੀ ਇਖਤਿਆਰ, ਸਾਹਿਬ ਰੋਸ ਧਰੋ ਕੇ ਪਿਆਰ। ਜਦੋਂ ਮਹਾਂਪੁਰਖ ਹਜ਼ੂਰ ਸਾਹਿਬ ਜਾਂਦੇ ਸੀ, ਇਹ ਸ਼ਬਦ ਬੰਦੇ ਬਹਾਦਰ ਦੇ ਸਥਾਨ ਤੇ ਬਹਿ ਕੇ ਪੜ੍ਹਦੇ ਸੀ। ਤਾਂ ਉਹ ਗੁਰਦੁਆਰਾ ਟੀਨਾਂ ਦਾ ਬਣਿਆ ਹੁੰਦਾ ਸੀ, ਉੱਤੇ ਟੀਨ ਜੇ ਪਾਏ ਹੁੰਦੇ ਸੀ। ਬਹੁਤ ਛੋਟੀ ਹਾਲਤ ਇਹੋ ਜਿਹੀ ਸੀ ਉਦੋਂ। ਇਸ ਕਰਕੇ ਉੱਥੇ ਬੰਦੇ ਨੇ ਆ ਕੇ ਸਿਰ ਝੁਕਾ ਦਿੱਤਾ, ਜਿਹੜਾ ਇੰਨੀਆਂ ਸ਼ਕਤੀਆਂ ਦਾ ਮਾਲਕ ਸੀ। ਉਹਦੇ ਗੁਰੂ ਨੇ ਉਹਨੂੰ ਇੱਕ ਕਾਪੀ ਦਿੱਤੀ ਹੋਈ ਸੀ, ਲਿਖ ਕੇ ਇੰਨਾ ਕੁਝ ਸਿੱਧ ਕੀਤਾ ਹੋਇਆ ਸੀ। ਮਹਾਰਾਜ ਨੇ ਕਿਹਾ ਕਿਹੜੀ ਕਿਹੜੀ ਸ਼ਕਤੀ ਤੇਰੇ ਕੋਲ? ਫਿਰ ਦੱਸੀਆਂ ਵੀ ਸੀ। ਮਹਾਰਾਜ ਕਹਿੰਦੇ ਸਾਰੀਆਂ ਛੱਡ ਦੇ। ਛੜਾ ਕੇ ਕੁਛ ਕਰਖਾਈਆਂ ਸੀ ਜਿਨ੍ਹਾਂ ਦੀ ਲੋੜ ਪੈ ਸਕਦੀ ਸੀ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਿਹੜੇ ਲੋਕ ਆਪਣੇ ਕੋਲ ਸ਼ਕਤੀਆਂ ਰੱਖਦੇ ਮਾੜੀਆਂ ਮੋਟੀਆਂ, ਪਹਿਲਾਂ ਵੀ ਦੱਸਿਆ ਸੀ, ਜਿਵੇਂ ਇੰਗਲੈਂਡ ਦੇ ਵਿੱਚ ਪਟਵਾਰੀ ਜੀ ਹੋਏ ਤੇ ਉਹਨਾਂ ਨੇ ਮੂਲ ਮੰਤਰੀ ਕੀਤਾ ਸੀ ਬੰਦਾ, ਇੰਨੇ ਇਲਮਾਂ ਦਾ ਮਾਲਕ, 14 ਇਲਮਾਂ ਦਾ ਮਾਲਕ, ਆਪੇ ਹੀ ਜਾ ਕੇ ਕੰਧ 'ਚ ਵੱਜਿਆ ਸੀ। ਫਿਰ ਉਹ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਕਹਿੰਦੇ ਤੁਸੀਂ ਬਹੁਤ ਹੈਰਾਨਗੀ ਆਉਂਦੀ ਵੀ ਆਪਾਂ ਇੰਨੀ ਵੱਡੀ ਦਾਤ ਹੈ ਆਪਣੇ ਕੋਲ। ਗੁਰੂ ਗ੍ਰੰਥ ਸਾਹਿਬ ਮਹਾਰਾਜ, ਬਾਣੀ, ਮੂਲ ਮੰਤਰ ਦਾ ਅਭਿਆਸ, ਗੁਰਮੰਤਰ ਦਾ ਜਿੰਨਾ ਵੀ ਕਹਿ ਲਈਏ ਪਾਠ, ਸਹਿਜ ਪਾਠ, ਅਖੰਡ ਪਾਠ, ਕੀਰਤਨ ਕਥਾ, ਇਹਦੇ ਦੁਆਲੇ ਤਾਂ ਸਾਰੇ ਪਰਿਕਰਮਾ ਕਰਦੇ ਨੇ। ਪਰ ਆਪਾਂ ਨੂੰ ਹਾਲੇ ਤੱਕ ਇਹ ਨਹੀਂ ਸਮਝ ਲੱਗੀ ਵੀ ਆਪਣੇ ਕੋਲ ਕਿੰਨਾ ਕੁਛ, ਬਾਣੀ ਕਿੰਨੀ ਵੱਡੀ ਦਾਤ ਹੈ। ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਆਪਾਂ ਬਾਣੀ ਵਾਲੇ ਪਾਸੇ ਨੂੰ ਚੱਲੇ ਹੀ ਨਹੀਂ। ਬਾਣੀ ਤੇ ਕਿੰਤੂ ਪ੍ਰੰਤੂ, ਬਿੰਦੀਆਂ ਟਿੱਪੀਆਂ ਦੇ ਰੌਲੇ ਤਾਂ ਬੜੇ ਪਾ ਲਏ ਸਾਰਿਆਂ ਨੇ। ਇਹ ਬਾਣੀ ਇੱਥੋਂ ਤੱਕ, ਇਹ ਬਾਣੀ ਇੱਥੋਂ ਤੱਕ ਦੇ ਤਾਂ ਰੌਲੇ ਪੈ ਗਏ ਨੇ। ਪਰ ਅਭਿਆਸ ਕਿਸੇ ਨੇ ਵੀ ਨਹੀਂ ਕੀਤਾ ਬਾਣੀ ਦਾ। ਅਭਿਆਸ ਕੋਈ ਕਰਦਾ ਹੀ ਨਹੀਂ। ਜਿਹੜੀ ਚੀਜ਼ ਮਿਲਣੀ ਸੀ ਬਾਣੀ ਪੜ੍ਹ ਕੇ, ਉਹ ਕਿੰਤੂ ਪ੍ਰੰਤੂ ਨਾਲ ਕਿੱਥੋਂ ਮਿਲ ਜਾਣੀ ਆ? ਜੇ ਤਾਂ ਕੋਈ ਬਈ ਤੁਹਾਡੇ 'ਚੋਂ ਬ੍ਰਹਮ ਗਿਆਨੀ ਬਣਿਆ ਕਿੰਤੂ ਪ੍ਰੰਤੂ ਵਾਲਾ, ਫੇਰ ਤਾਂ ਲਿਆਓ ਉਹਨੂੰ ਇੱਥੇ ਸਿਰੋਂ ਪਾ ਦਈਏ। ਇਹ ਜੀ ਕਿੰਤੂ ਪ੍ਰੰਤੂ ਕਰਕੇ ਬ੍ਰਹਮ ਗਿਆਨੀ ਬਣ ਗਿਆ, ਫੇਰ ਤਾਂ ਉਹਨੂੰ ਸਤਿਕਾਰ ਦਈਏ। ਇਹ ਜਿੰਨੇ ਵੀ ਦੁਨੀਆ 'ਚ ਕਿੰਤੂ ਪ੍ਰੰਤੂ ਵਾਲੇ ਆ, ਇਹਨਾਂ ਨੇ ਦੁਨੀਆ ਤੋੜੀ ਹੋਈ ਹੈ, ਸਾਰੀ ਸੰਗਤ ਤੋੜੀ ਹੋਈ ਤੋੜੀ ਹੈ। ਜੋੜਿਆ ਤਾਂ ਕੋਈ ਨਹੀਂ ਹੈ। ਸ਼ਰਧਾ ਤਾਂ ਕੋਈ ਨਹੀਂ ਵਧਾਈ ਕਿਸੇ ਦੀ। ਸ਼ਰਧਾ ਨੂੰ ਘਟਾਉਣ ਤੇ ਹੀ ਹਮੇਸ਼ਾ ਜ਼ੋਰ ਲਾਇਆ ਹਰੇਕ ਨੇ। ਇਹ ਤਾਂ ਕਿਸੇ ਨੇ ਨਹੀਂ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਨਿਰੰਕਾਰ ਨੇ ਜਾਂ ਦਸੇ ਸਰੂਪ ਕੈਸੇ ਨੇ। ਇਹ ਤਾਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਘਟਾਈ ਜਾਂਦੇ। ਕਹਿੰਦੇ ਉਹ ਤਾਂ ਗੁਰੂ ਨਾਨਕ ਤਾਂ ਇੱਕ ਬਾਣੀ ਲਿਆਉਣ ਵਾਲਾ ਅਵਤਾਰ ਸੀ, ਪੈਗੰਬਰ ਸੀ। ਉਹ ਤਾਂ ਬਸ ਧੰਨ ਗੁਰੂ ਨਾਨਕ ਨਹੀਂ ਕਹਿਣਾ, ਵਾਹਿਗੁਰੂ ਕਹੋ। ਕਿਉਂ? ਲੋਕਾਂ ਅੰਦਰ ਦੁਬਿਧਾ ਪੈਦਾ ਕਰਕੇ, ਗੁਰੂ ਸਾਹਿਬਾਂ ਪ੍ਰਤੀ ਸਤਿਕਾਰ ਘਟਾ ਕੇ, ਤਰਕਾਂ ਬਤਰਕਾਂ ਕਰਕੇ ਸੰਗਤ ਨੂੰ ਤੋੜਿਆ ਹੈ, ਜੋੜਿਆ ਨਹੀਂ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਗੁਰੂ ਨਾਨਕ ਦੇਵ ਜੀ ਇੱਥੇ, ਕਿ ਇਹ ਸਾਰੇ ਜਿੰਨੇ ਰਿੱਧੀਆਂ ਸਿੱਧੀਆਂ ਦੇ ਮਾਲਕ ਹੁੰਦੇ ਨੇ, ਇਹ ਮੂਲ ਮੰਤਰ ਦੇ ਸਾਹਮਣੇ, ਗੁਰੂ ਮੰਤਰ ਦੇ ਸਾਹਮਣੇ, ਜਪਜੀ ਸਾਹਿਬ ਦੇ ਸਾਹਮਣੇ ਕੁਛ ਵੀ ਨਹੀਂ ਹਨ। ਉੱਚੇ ਅਤ ਬੋਲ ਬੋਲੇ ਮਨ ਤੇ ਨ ਡੋਲੇ, ਕਬ ਸਾਗਰ ਗੰਭੀਰ ਜਿਉ ਅਥਾਹ ਕਰਾਮਾਤ ਹੈ। ਕਹਿੰਦੇ ਉਹ ਤਾਂ ਉੱਚੇ ਉੱਚੇ ਬੋਲ ਬੋਲਦੇ ਨੇ। ਆ ਕੇ ਮਸ਼ਿੰਦਰਨਾਥ ਕਹਿਣ ਲੱਗਿਆ, ਉਹ ਨਹੀਂ ਮੇਰੇ ਵੱਸ 'ਚ ਆਉਣ ਵਾਲੇ, ਉਹ ਕੋਈ ਸਾਡੇ ਨਾਲੋਂ ਛੋਟੇ ਨਹੀਂ ਹਨ। ਉਹ ਤਾਂ ਇਹੋ ਜਿਹੇ ਨੇ, ਡੋਲਦੇ ਹੀ ਨਹੀਂ ਹਨ। ਮੈਂ ਬਥੇਰੀ ਸ਼ਕਤੀ ਦਿਖਾਈ। ਸਾਗਰ ਗੰਭੀਰ ਜਿਉ ਅਥਾਹ ਕਰਾਮਾਤ ਹੈ, ਅਥਾਹ ਕਰਾਮਾਤ ਹੈ। ਸ਼ਕਤੀ ਬਹੁਤ ਹੈ, ਪਰ ਸਮੁੰਦਰ ਵਾਂਗੂ ਗੰਭੀਰ ਨੇ। ਸਮੁੰਦਰ ਨਹੀਂ ਹਿਲਦਾ ਕਦੇ, ਪਾਣੀ ਆਰਾਮ ਨਾਲ ਖੜਾ ਹੈ। ਪਰ ਜਿੱਦਣ ਕਿਤੇ ਸੁਨਾਮੀ ਲਹਿਰ ਆ ਜੇ, ਇਹ ਤਾਂ 10 ਗੁਣਾ ਵੱਧ ਆਉਣੀ ਸੀ, ਚਲੋ ਘਟਾ ਦਿੰਦੇ ਨੇ, ਮਹਾਤਮਾ ਘਟਾ ਦਿੰਦੇ ਨੇ। ਇਸ ਤਰ੍ਹਾਂ ਕਰਨ ਦੇ ਨਾਲ ਮਹਾਰਾਜ ਕਹਿੰਦੇ ਸਮੁੰਦਰ ਸ਼ਾਂਤ ਹੈ ਨਾ, ਜਿਵੇਂ
ਗੁਰੂ ਗ੍ਰੰਥ ਸਾਹਿਬ, ਗੁਰੂ ਨਾਨਕ, ਅਕਾਲ ਪੁਰਖ ਵਾਹਿਗੁਰੂ ਸਦਾ ਹੀ ਸ਼ਾਂਤੀ 'ਚ ਰਹਿੰਦੇ ਨੇ, ਕਿਉਂਕਿ ਆਪਾਂ ਉਹਨਾਂ ਦੇ ਸਾਰਿਆਂ ਦੀ ਬੱਚੇ ਹੀ ਆ, ਮਹਾਰਾਜ ਦੇ। ਸਾਰੀ ਦੁਨੀਆ ਉਹਨਾਂ ਦੀ ਆਪਣੀ ਬਣਾਈ ਹੋਈ ਹੈ। ਬਾਰ-ਬਾਰ ਕੋਸ਼ਿਸ਼ ਕਰਦੇ ਨੇ ਸਮਝਾਉਣ ਦੀ, ਸਿੱਧੇ ਰਸਤੇ ਲਾਉਣ ਦੀ। ਇੰਨੀ ਛੇਤੀ ਕਾਹਲੇ ਨਹੀਂ ਪੈਂਦੇ, ਪਰ ਜਦੋਂ ਦੇਖਣ ਵੀ ਇਹ ਬਿਲਕੁਲ ਹੀ ਨਾਸਤਕ ਹੋ ਗਏ ਨੇ, ਫਿਰ ਮਹਾਰਾਜ ਸੱਚੇ ਪਾਤਸ਼ਾਹ ਫਿਰ ਇਹ ਵੀ ਨਹੀਂ ਕਹਿੰਦੇ ਕਿ ਹੁਣ ਠੀਕ ਕਰੀਏ। ਉਹ ਕਹਿੰਦੇ ਮੈਨੂੰ ਕੀ ਫਰਕ ਪੈਂਦਾ, ਇੱਕ ਮਾੜਾ ਡੋਬਾ ਦੇਣਾ ਪਾਣੀ 'ਚ, ਸਾਰੀ ਧਰਤੀ ਐਨ ਸਾਫ਼ ਕਰ ਲੈਂਦੇ ਨੇ, ਵਧੀਆ ਸਾਫ਼ ਕਰਕੇ ਕਹਿੰਦੇ ਬਈ ਬ੍ਰਹਮਾ ਨੂੰ ਕਹਿੰਦੇ ਦੁਬਾਰਾ ਰਚ ਲੈ ਸ੍ਰਿਸ਼ਟੀ। ਹੁਣ ਇਹ ਸਾਰੇ ਗਲ ਗਏ ਵਿਚਾਰੇ, ਖਰਾਬ ਹੋ ਗਏ, ਹੁਣ ਆਪਾਂ ਇਹਨਾਂ ਦੀ ਲੋੜ ਨਹੀਂ ਹੈ। ਫਿਰ ਰੱਖਦੇ ਹੀ ਨਹੀਂ ਦੁਨੀਆ ਨੂੰ। ਮਹਾਤਮਾ ਜੀ ਨੂੰ ਵੀ ਪੁੱਛੀਦਾ ਵੀ ਹੁਣ ਦੁਨੀਆ ਦਾ ਕੀ ਬਣੂ, ਉਹ ਮਹਾਤਮਾ ਸੀ ਕਹਿੰਦੇ ਨਵੇਂ ਸਿਰਿਓਂ ਹੀ ਬਣੂ ਹੁਣ ਸਾਰਾ ਕੁਝ, ਇਹ ਨਹੀਂ ਰੱਖਣੇ ਹੈ ਉਹਨੇ, ਕਿਉਂਕਿ ਵਿਗੜ ਗਏ ਸਾਰੇ। ਹੁਣ ਵਿਗੜਿਆ ਹੋਇਆਂ ਨੂੰ ਨਹੀਂ ਰੱਖਦਾ, ਨਵੇਂ ਸਿਰੇ ਤੋਂ ਹੀ ਸਾਰੀ ਸਾਜ ਦੇਣੀ ਹੈ। ਲੋਹਰੀ ਪਾ ਵੈਸਾ ਤਹ ਬੈਨ ਸੋਨੇ ਐਸਾ ਕਹਿ, ਦੇਖੋ ਸੋਊ ਕੈਸਾ ਮੋਕੋ ਆਇਸ ਉਚਾਰੀਏ। ਹੁਣ ਭਗਤ ਆਇਆ ਅਗਲਾ, ਸਿੱਧ ਭਗਤ ਨਹੀਂ ਸਿੱਧ, ਲੋਹਰੀਪਾ, ਜਿਹਨੇ ਸਿੱਧਾਂ ਦੇ ਨਾਂ ਦੇਖੇ, ਸਿੱਧ ਗੋਸ਼ਟ ਵਿੱਚ ਸਾਰੇ ਨਾਂ, ਇਹ ਲੋਹਰੀਪਾ ਦਾ ਨਾਂ ਵੀ ਉੱਥੇ ਆਇਆ। ਲੋਹਰੀਪਾ ਸਿੱਧ ਜਿਹੜਾ ਬੜੀ ਤਾਕਤ ਵਾਲਾ ਉੱਥੇ ਬੈਠਾ ਸੀ, ਸੁਣ ਕੇ ਬੈਨ ਉਹਦੇ ਕਹਿਣ ਲੱਗਿਆ, ਦੇਖੋ ਸੋਊ ਕੈਸਾ ਮੋਕੋ ਆਇਸ ਉਚਾਰੀਏ। ਮੈਨੂੰ ਆਗਿਆ ਦਿਓ ਗੋਰਖ ਜੀ, ਇਹ ਗੁਰੂਦੇਵ ਆਗਿਆ ਦਿਓ, ਮੈਂ ਦੇਖਦਾ ਉਹ ਗੁਰੂ ਨਾਨਕ ਕੈਸਾ ਹੈ। ਗੋਰਖ ਪ੍ਰਸਾਦ ਜਾਏ ਜੀਤੋ ਕਾਰ ਬਾਦ ਤਹਿ ਕਹਿ, ਸਭ ਸਿੱਧ ਤਬ ਤੁਮ ਹੀ ਸਿਧਾਰੀਏ। ਹੁਣ ਗੋਰਖ ਜੀ ਦੀ ਕਿਰਪਾ ਨਾਲ ਕਹਿੰਦੇ ਜਾਏ ਜੀਤੋਂ, ਜਾ ਕੇ ਜਿੱਤ ਲਵਾਂਗਾ ਮੈਂ, ਉਹਦੇ ਨਾਲ ਬਾਦ ਝਗੜਾ ਕਰਾਂਗਾ, ਉਹਦੇ ਨਾਲ ਮੈਂ ਚਰਚਾ ਕਰਾਂਗਾ। ਕਹੈ ਸਭ ਸਿੱਧ ਅਬ ਤਬ ਤੁਮ ਸਿਧਾਰੀਏ, ਸਾਰੇ ਸਿੱਧ ਕਹਿੰਦੇ ਹਾਂ ਤੂੰ ਜਾ ਬਈ, ਤਾਕਤ ਤਾਂ ਤੇਰੇ 'ਚ ਬਹੁਤ ਹੈ। ਹੁਣ ਜੇ ਕੋਈ ਬੰਦਾ ਐਵੇਂ ਤੁਰੇ ਜਾਂਦੇ ਨਿਆਣੇ ਦੇ ਦੋ ਥੱਪੜ ਮਾਰ ਲੇ, ਭਲਵਾਨ ਤਾਂ ਨਹੀਂ ਬਣ ਜਾਂਦਾ ਉਹ। ਭਲਵਾਨ ਦਾ ਪਤਾ ਤਾਂ ਅਖਾੜੇ 'ਚ ਜਾ ਕੇ ਲੱਗਦਾ। ਜਿਵੇਂ ਕਿਸੇ ਬੰਦੇ ਨੇ ਐਵੇਂ ਬਦਾਮ ਦੀਆਂ 10 ਗਿਰੀਆਂ ਖਾ ਲੀਆਂ, 2 ਚਮਚੇ ਘਿਓ ਦੇ ਖਾ ਕੇ, ਦੁੱਧ ਪੀ ਕੇ ਜਾ ਕੇ ਭਲਵਾਨ ਨਾਲ ਟੱਕਰ ਲੈ ਲੇ, ਉਹ ਨਹੀਂ ਹੁੰਦੀ ਗੱਲ। ਐਵੇਂ ਮਾੜੀਆਂ ਰਿੱਧੀਆਂ ਸਿੱਧੀਆਂ ਜਿਹੀਆਂ ਇਕੱਠੀਆਂ ਕਰਕੇ ਸਿੱਧ ਤੁਰੇ ਫਿਰਦੇ ਸੀ, ਲੋਕਾਂ ਨੂੰ ਡਰਾ ਲੈਣਾ। ਆਹ ਜਿਹੜੇ ਬਦਮਾਸ਼ ਜਿਹੇ ਬਣੇ ਹੁੰਦੇ ਨੇ ਆਪਣੇ ਆਪ 'ਚ, ਇਹ ਐਵੇਂ 2 ਨਿਆਣਿਆਂ ਨੂੰ ਕੁੱਟਤਾ, ਉੱਥੇ ਕਿਸੇ ਨੂੰ ਕੁੱਟਤਾ, ਕਿਸੇ ਗ੍ਰਿਸ਼ਤੀ ਨੂੰ ਕੁੱਟਤਾ, ਹੈਂਕੜੀ ਨਾਲ ਤੁਰੇ ਫਿਰਦੇ। ਕਈ ਵਾਰ ਫਿਰ ਮੂਹਰੇ ਤਕੜਾ ਮਗਰਮੱਛ ਮਿਲ ਜਾਂਦਾ, ਫਿਰ ਉੱਥੇ ਗੋਡੀ ਹੱਥ ਲਾਉਂਦੇ ਫਿਰਨਗੇ, ਨਾ ਉਸਤਾਦ ਜੀ ਤੁਸੀਂ ਵੱਡੇ ਹੋ। ਫਿਰ ਜਦੋਂ ਮੂਹਰੋਂ ਉਸਤਾਦ ਟੱਕਰਦੇ, ਹੁਣ ਇਹ ਮਾੜੀਆਂ ਜਾਂ ਰਿੱਧੀਆਂ ਸਿੱਧੀਆਂ ਲੈ ਕੇ ਨਾ ਤਾਕਤਾਂ ਜੀਆਂ ਤੇ ਲੱਗੇ, ਹੁਣ ਮੈਂ ਜਾਂਦਾ ਜੀ ਮੈਨੂੰ ਭੇਜੋ ਮਹਾਰਾਜ ਸੱਚੇ ਪਾਤਸ਼ਾਹ ਨਾਲ ਟੱਕਰ ਲੈਣ। ਆਵਾ ਚੱਲ ਪਾਸ ਜਹਾਂ ਵੈਸੇ ਸੁਖ ਰਾਸ, ਜਾ ਕੇ ਬਚਨ ਬਿਲਾਸ ਭਾਵ ਆਪਦਾ ਨਿਵਾਰੀਏ। ਸੰਸਾਰ ਸਾਗਰ ਦੀ ਵਿਪਤਾ ਨੂੰ ਨਿਵਰਤ ਕਰਨ ਵਾਲੇ, ਜਨਮ ਮਰਨ ਕੱਟਣ ਵਾਲੇ ਗੁਰੂ ਨਾਨਕ ਦੇਵ ਜੀ ਮਹਾਰਾਜ ਜਿੱਥੇ ਸਜੇ ਹੋਏ ਨੇ ਨਾ, ਆਵਾ ਚੱਲ ਪਾਸ ਜਹਾਂ ਵੈਸੇ ਸੁਖ ਰਾਸ, ਜਿੱਥੇ ਸੁੱਖਾਂ ਦੇ ਸਮੁੰਦਰ, ਸੁੱਖਾਂ ਦੇ ਖਜ਼ਾਨੇ ਗੁਰੂ ਨਾਨਕ ਦੇਵ ਜੀ ਬੈਠੇ ਨੇ, ਜਿਨ੍ਹਾਂ ਦੇ ਬਚਨਾਂ ਨਾਲ ਹੀ ਸੰਸਾਰ ਸਾਗਰ ਤੋਂ ਤਰਦਾ ਹੀ। ਬਚਨ ਤਾਂ ਦੂਰ ਹੈ, ਸਵੇਰ ਦੀ ਕਥਾ 'ਚ ਨਹੀਂ ਸੁਣਿਆ, ਸਿਰਫ ਨਿਗਾਹ ਨਾਲ ਦੇਖ ਕੇ ਕੱਟ ਦਿੰਦੇ ਬਸ। ਕਿਰਪਾ ਦ੍ਰਿਸ਼ਟੀ ਨਾਲ ਹੀ ਦੁੱਖ ਕੱਟ ਦਿੰਦੇ ਨੇ, ਕਿਰਪਾ ਨਾਲ ਤੱਕ ਕਈ ਜਨਮ ਮਰਨ ਕੱਟ ਦਿੰਦੇ ਨੇ। ਪਰਮਾਤਮਾ ਨੂੰ ਬੇਨਤੀ ਕਰੋ, ਗੁਰੂ ਗ੍ਰੰਥ ਸਾਹਿਬ ਨੂੰ, ਵੀ ਇੱਕ ਵਾਰੀ ਸਾਡੇ ਵੱਲ ਦੇਖ ਲਓ ਬਸ। ਇੱਕ ਵਾਰ ਦੇਖਣਾ ਹੀ ਆ, ਦੇਖਣ ਮਾਤਰ ਹੀ ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁਖ ਵਿਦਾਰਿਓ। ਹਰ ਜਨ ਰਾਖੇ ਗੁਰ ਗੋਬਿੰਦ, ਕੰਠ ਲਾਇਆ ਗੁਣ ਸਭ ਮੇਟੇ, ਦਇਆਲ ਪੁਰਖ ਬਖਸ਼ੰਦ। ਕਮੀ ਸਾਡੇ ਸਰਦਾ ਵਿੱਚ ਹੈ, ਗੁਰੂ ਗ੍ਰੰਥ ਸਾਹਿਬ 'ਚ ਕੋਈ ਕਮੀ ਨਹੀਂ ਹੈ, ਸਾਡੀ ਸ਼ਰਧਾ 'ਚ ਹੀ ਕਮੀ ਹੈ, ਕਿਉਂਕਿ ਆਪਣਾ ਧਿਆਨ ਸਾਰਾ ਹੀ ਖਿਲਰਿਆ ਹੋਇਆ। ਮਨ ਨੂੰ ਇਕਾਗਰ ਕਰਕੇ ਜੇ ਗੁਰਾਂ ਨੂੰ ਦੇਖੀਏ ਤਾਂ ਸਤਿਗੁਰੂ ਸਾਨੂੰ ਦਿਖਣਗੇ ਬਹੁਤ ਵੱਡੇ। ਤੇ ਜਦੋਂ ਮਨ ਖਿੰਡਿਆ ਹੋਏ ਨਾਲ ਦੇਖਦੇ ਆ, ਫਿਰ ਸਾਡੀ ਨਿਗਾਹ ਉੱਥੇ ਤੱਕ ਨਹੀਂ ਜਾਂਦੀ। ਵਾਲੇ ਹੈ ਆਦੇਸ਼ ਮੁਸਕਾਨੇ, ਗੁਰ ਦੇਖ ਏਕੰਕਾਰ ਕੋ ਆਦੇਸ਼, ਆਓ ਵੈਸ ਜੋਗ ਕਾਰੀਏ। ਆ ਕਰਕੇ ਲੋਹਾਰੀਪਾ ਸਿੱਧ ਕਹਿਣ ਲੱਗਿਆ ਮਹਾਰਾਜ ਸੱਚੇ ਪਾਤਸ਼ਾਹ ਨੂੰ, ਬਾਲੇ ਇਹ ਬਾਲਕ ਆ ਹੈ ਆਦੇਸ਼। ਇਹ ਵੀ ਇੱਕ ਟੈਕਟਫੁਲ ਗੱਲ ਹੈ ਕਿ ਮੈਂ ਜਾ ਕੇ ਕਹੂੰਗਾ ਆਦੇਸ਼, ਇਹ ਮੈਨੂੰ ਕਹਿਣਗੇ ਆਦੇਸ਼, ਬਾਅਦ ਝੁਕ ਗਏ। ਮੈਂ ਬੜੇ ਤਰੀਕੇ ਨਾਲ ਗਿਆ ਸੀ, ਮਹਾਰਾਜ ਕਹਿੰਦੇ ਤਿਸੈ ਆਦੇਸ਼, ਉਹਨੂੰ ਨਮਸਕਾਰ ਹੈ, ਤੈਨੂੰ ਕਾਹਦੀ ਹੈ ਆਦੇਸ਼। ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਉਹ ਜਿਹਦਾ ਜੁਗਾਂ ਜੁਗੰਤਰਾਂ 'ਚ ਵੇਸ ਇੱਕੋ ਹੀ ਹੈ ਨਾ, ਮੈਂ ਉਹਨੂੰ ਨਮਸਕਾਰ ਕਰਦਾ, ਤੈਨੂੰ ਨਹੀਂ ਕਰਦਾ। ਹਾਂ,
ਨਾਮ ਕੌਣ ਧਾਮ ਕੌਣ ਕੀਓ ਕਿਤ ਗਾਉਨੇ ਅਬ ਵੇਖ ਤੇਰੋ ਕੌਣ ਦੇਸ ਕੌਣ ਹੈ ਬਤਾਈਏ। ਆ ਕਰਕੇ ਆਪਣੇ ਵੱਲੋਂ ਸਿਆਣਪ ਕਰਦਾ ਹੈ ਕਿ ਜੋਗੀ ਕਹਿਣ ਲੱਗਿਆ ਤੁਹਾਡਾ ਨਾਮ ਕੀ ਹੈ, ਘਰ ਕਿੱਥੇ ਹੈ, ਕੀਓ ਕਿਤ ਗਾਉਨ ਅਬ ਹੁਣ ਕਿੱਧਰ ਨੂੰ ਜਾਣਾ ਹੈ, ਵੇਖ ਤੇਰੋ ਕੌਣ, ਤੁਹਾਡਾ ਲਿਬਾਸ ਭੇਸ ਕਿਹੜਾ ਹੈ, ਦੇਸ਼ ਕਿਹੜਾ ਹੈ ਬਤਾਈਏ। ਨਾਨਕ ਹੈ ਨਾਮ ਜਹਾਂ ਅਨਹਦ ਧੁਨ ਧਾਮ ਜਾਬੋ ਕਰ ਤਾਰ ਸਾਮ ਸੁਖਦ ਸੁਹਾਈਏ। ਕਿਉਂਕਿ ਇੱਥੇ ਟੱਕਰ ਜਿਹੜੀ ਹੋ ਰਹੀ ਹੈ ਇਹ ਸਿੱਧ ਵੀ ਕਾਫੀ ਗਿਆਨਵਾਨ ਨੇ, ਬਹੁਤ ਜ਼ਬਰਦਸਤ। ਜਪਜੀ ਸਾਹਿਬ ਦੀ ਪਹਿਲੀ ਕੈਸਟ ਸੁਣੋ, ਜਿਹੜੀ ਬੜੀ ਤਕੜੀ ਟੱਕਰ ਹੋਈ ਸੀ ਉਹਦੇ ਵਿੱਚ, ਤੇ ਸਿੱਧਾਂ ਨੇ ਸਾਰਿਆਂ ਨੂੰ ਝੁਕਾਤਾ ਮਹਾਰਾਜ ਨੇ। ਇੱਥੇ ਗਿਆਨ ਦੀ ਹੋਈ ਗੱਲ ਕਰਨਗੇ ਮਹਾਰਾਜ, ਕਿਉਂ ਆਮ ਬੰਦੇ ਨਾਲ ਨਹੀਂ ਕਰਦੇ ਇਹ ਜੀ ਗੱਲ। ਕਹਿੰਦੇ ਨਾਨਕ ਹੈ ਨਾਮ, ਗੁਰੂ ਨਾਨਕ ਸਾਹਿਬ ਨਾਮ ਕਹਿੰਦੇ ਸਾਡਾ ਜਹਾਂ ਅਨਹਦ ਧੁਨ ਧਾਮ, ਜਿੱਥੇ ਅਨਹਦ ਧੁਨੀ ਵੱਜਦੀ ਸੱਚਖੰਡ 'ਚ ਉੱਥੇ ਮੇਰਾ ਘਰ ਹੈ। ਹੁਣ ਇਹਨਾਂ ਨੂੰ ਕੀ ਪਤਾ ਸੱਚਖੰਡ ਕੀ ਹੁੰਦਾ। ਜਾਵੋ ਕਰਤਾਰ ਸ਼ਾਮ, ਕਹਿੰਦੇ ਮੈਂ ਤਾਂ ਰੱਬ ਦੀ ਸ਼ਾਮ ਤੋਂ ਭਾਵ ਸ਼ਰਨ ਵਿੱਚ ਜਾ ਰਿਹਾ। ਕਹਿੰਦੇ ਉਸ ਵਕਤ ਜਿਹੜਾ ਪ੍ਰਸ਼ਨ ਕੀਤਾ ਸੀ ਨਾ, ਕੀਓ ਕਿਤ ਗਾਉਨ ਅਬ, ਕਿੱਧਰ ਨੂੰ ਜਾ ਰਹੇ ਹੋ, ਕਹਿੰਦੇ ਕਰਤਾਰ ਦੀ ਸ਼ਰਨ ਵਿੱਚ ਜਾ ਰਿਹਾ। ਸੁਖ ਦ ਸੁਹਾਈਏ, ਕਹਿੰਦੇ ਇਸ ਤਰੀਕੇ ਨਾਲ ਸੁਖ ਦੇ ਦੇਣ ਵਾਲੀ ਜਿਹੜੀ ਕਰਤਾਰ ਦੀ ਸ਼ਰਨ ਹੈ ਨਾ, ਮੈਂ ਉੱਥੇ ਜਾ ਰਿਹਾ ਹਾਂ। ਦੇਸ ਹੈ ਬੇਗਮਪੁਰ ਵੇਖ ਏਕੰਕਾਰੀ ਮੋਰ ਬੂਝੇ ਵੇ ਕੀ ਚਾਹੇ ਔਰ ਸੇ ਅਲਾਈਏ। ਮੇਰਾ ਜਿਹੜਾ ਦੇਸ਼ ਹੈ ਸੱਚਖੰਡ ਹੈ, ਵੇਖ ਜਿਹੜਾ ਮੇਰਾ ਹੈ ਉਹ ਏਕ ਓੰਕਾਰੀ ਦਾ ਬੇਸ, ਪ੍ਰਮਾਤਮਾ ਦਾ ਇੱਕ ਓੰਕਾਰ ਵਾਲਾ। ਇਸ ਪ੍ਰਕਾਰ ਪ੍ਰਮਾਤਮਾ ਵਾਲਾ ਬੇਸ ਬਣਾਇਆ ਹੋਇਆ, ਭਾਵ ਉਹਦੇ ਸੇਵਕਾਂ। ਹਾਂ ਹੁਣ ਤੂੰ ਦੱਸ ਅੱਗੇ ਵੀ ਹੋਰ ਕੋਈ ਤੇਰੀ ਇੱਛਾ ਹੈ ਪੁੱਛਣ ਦੀ, ਜੇ ਹੈ ਤਾਂ ਦੱਸ। ਆਵਤ ਹੋਂ ਧਾਏ ਧਾਏ ਮਤ ਸਾਰ ਰੋਗ ਕਾਏ ਤਾਂ ਕੋ ਉਪਚਾਰ ਕੀਜੈ ਜੋਗ ਨਾਂਦ ਜਾਈਏ। ਮਹਾਰਾਜ ਸੱਚੇ ਪਾਤਸ਼ਾਹ ਕਹਿਣਗੇ ਜੋਗ ਨੂੰ ਲਾਜ ਨਾ ਲਵਾਓ। ਆਵਤ ਹੋ ਧਾਏ ਧਾਏ, ਭੱਜੇ ਭੱਜੇ ਆਉਣੇ ਮੇਰੇ ਕੋਲੇ ਉੱਥੋਂ, ਈਰਖਾ ਦੀ ਅੱਗ 'ਚ ਸੜੇ ਹੋਏ ਤੁਸੀਂ। ਇਹ ਤੁਹਾਡੇ ਸਰੀਰਾਂ ਨੂੰ ਰੋਗ ਲੱਗੇ ਈਰਖਾ ਦੇ, ਪਹਿਲਾਂ ਉਹਦਾ ਇਲਾਜ ਕਰਾ ਲਓ। ਐਵੇਂ ਮੇਰੇ ਕੋਲ ਨੂੰ ਭੱਜੇ ਆਉਣੇ, ਜੋਗ ਨੂੰ ਲਾਜ ਲਵਾਉਣੇ ਹੋ। ਖਾਏ ਰਿਸ ਬੋਲੀਏ ਜੋਗ ਓਜ ਝੱਕ ਝੋਲੀਏ, ਨਿਜ ਕੀਤੇ ਚੱਕਰ ਭੇਦੇ ਕੀਤੀ ਪੰਖੁਰੀ ਹੈ ਤਾਹੀ ਕੀ। ਹੁਣ ਇਹ ਆਪਣੇ ਜਾਣੀ ਹੁਣ ਫੇਰ ਆਪਣੀ ਵਿਦਿਆ ਕੱਢ ਕੇ ਬਹਿ ਗਿਆ। ਕਹਿੰਦਾ ਖਾਏ ਰਿਸ ਬੋਲਿਓ ਜੋਗ ਓਜ ਝੱਕ ਚੋਲਿਓ। ਗੁੱਸਾ ਖਾ ਕੇ ਉਸ ਵਕਤ ਬੋਲਿਆ, ਜੋਗ ਦਾ ਬਲ ਹਲੂਣਿਆ ਉਹਨੇ। ਫਿਰ ਮੈਨੂੰ ਕੀ ਪਤਾ, ਆਪਣੀ ਕਿਤਾਬ ਕੱਢ ਕੇ ਰੱਖੀ ਬਾਹਰ ਦਿਲ ਦੀ। ਕਹਿੰਦੇ ਉਸ ਵਕਤ ਕਹਿੰਦਾ ਅੱਛਾ ਚਲੋ ਦੱਸੋ ਕਿੰਨੇ ਚੱਕਰ ਨੇ ਜਿਹੜੇ ਬਿੰਨੀ ਦੇ ਸਰੀਰ ਦੇ, ਕਿੰਨੀਆਂ ਪੰਖੜੀਆਂ ਹੁੰਦੀਆਂ ਨੇ ਜਿਹੜੀਆਂ ਕਮਲ ਦੇ ਫੁੱਲ ਦੀ ਜਿਹੜਾ ਹਿਰਦੇ 'ਚ ਖਿੜਦਾ। ਮਹਾਰਾਜ ਸੱਚੇ ਪਾਤਸ਼ਾਹ ਨੂੰ ਇਉਂ ਪੁੱਛਦਾ ਜੋਗ ਦੀਆਂ ਗੱਲਾਂ। ਦੇਹ ਕੀਤੀ ਪੌਣ ਤ੍ਰਿਪਤਾ ਵੈ ਧਾਰ ਕੌਣ ਔਰ ਪੰਜ ਤਤ ਕਹਾਂ ਜੋ ਰਿਖਿਕ ਪੰਜ ਜਾਹੇ ਕੀ। ਸੋ ਦੇਹ ਕੀਤੀ ਪੌਣ, ਦੇਹ ਦੇ ਵਿੱਚ ਕਿੰਨੇ ਪ੍ਰਕਾਰ ਦੀਆਂ ਪੌਣਾਂ ਹੁੰਦੀਆਂ ਨੇ ਇਹ ਦੱਸੋ। ਤ੍ਰਿਪਤਾਵੈ ਧਾਰ ਕੌਣ, ਕਿਹੜੀ ਨੂੰ ਧਾਰ ਕੇ ਰਜਦਾ ਹੈ। ਪੰਜ ਤੱਤ ਦੱਸੋ ਜਿਹੜੇ ਇਹ ਜਿਨ੍ਹਾਂ ਤੋਂ ਇੰਦਰੀਆਂ ਬਣੀਆਂ ਨੇ, ਔਰ ਪੰਜ ਤੱਤ ਕਹੋ ਜੋ ਰਖੀਕ ਪੰਜ ਜਾਹੇ ਕੀ, ਜਿਨ੍ਹਾਂ ਦੀਆਂ ਪੰਜ ਤੱਤ ਦੱਸੋ ਜਿਨ੍ਹਾਂ ਦੀਆਂ ਪੰਜ ਇੰਦਰੀਆਂ ਆਉਂਦੀਆਂ ਨੇ। ਜਿਵੇਂ ਉਹ ਸਾਰੇ ਤੱਤ ਅੱਗੇ ਆਪ ਹੀ ਦੱਸ ਦੇਣਗੇ। ਜਿਵੇਂ ਆਕਾਸ਼ ਖਾਲੀ ਖਾਲੀ ਹੈ ਨਾ, ਇਸ ਤਰ੍ਹਾਂ ਹੀ ਆਪਣੇ ਕੰਨ ਨੇ ਖਾਲੀ ਖਾਲੀ, ਇਹ ਆਕਾਸ਼ ਤੱਤ ਹੈ। ਇਸ ਤਰ੍ਹਾਂ ਹੀ ਧਰਤੀ ਦਾ ਤੱਤ ਜਿਹੜਾ ਹੈ ਨੱਕ ਹੈ, ਅੱਗ ਦਾ ਤੱਤ ਅੱਖ ਹੈ। ਇਸ ਤਰ੍ਹਾਂ ਦੀ ਚੀਜ਼ ਪੁੱਛਣਾ ਚਾਹੁੰਦਾ ਮਹਾਰਾਜ ਤੋਂ। ਗੁਣ ਔ ਸੁਭਾਏ ਸਭ ਤਤਨ ਕੇ ਕਹੋ ਅਬ ਪਰਥਕ ਪਰ ਕਿਰਤ ਵਿਦ ਸਭ ਦੇਹ ਮਾਹ ਕੀ। ਕਹਿੰਦੇ ਫੇਰ ਗੁਣ ਤੇ ਸੁਭਾਅ ਦੱਸਣਾ ਕਰੋ। ਸੁਭਾਅ ਹੁੰਦਾ ਤਸੀਰ ਕੀ ਹੈ, ਸਭ ਤਤਨ ਕੇ, ਤੱਤਾਂ ਦੀ ਤਸੀਰ ਕੀ ਹੈ। ਤਸੀਰ ਉਹ ਹੁੰਦੀ ਜਿਵੇਂ ਕੋਈ ਚੀਜ਼ ਖਾਂਦੇ ਆਪਾਂ, ਕਹਿੰਦੇ ਇਹ ਚੀਜ਼ ਦੀ ਤਸੀਰ ਗਰਮ ਹੈ ਬੜੀ, ਇਹ ਤਸੀਰ ਠੰਡੀ ਹੈ ਬੜੀ, ਇਹ ਚੀਜ਼ ਦੇ ਖਾਣ ਨਾਲ ਬੜੀ ਠੰਡ ਪੈਂਦੀ ਹੈ, ਇਹਨਾਂ ਬੜੀ ਗਰਮੀ ਆ ਜਾਂਦੀ ਹੈ। ਇਸ ਤਰ੍ਹਾਂ ਕਹਿੰਦੇ ਨੇ ਉਹ ਸਾਰੇ ਜਿਹੜੀ ਚੀਜ਼ ਹੈ ਨਾ, ਉਹ ਮੇਰੇ ਤਾਈਂ ਤੁਸੀਂ ਦੱਸੋ ਤਾਂ ਕਿ ਮੈਨੂੰ ਉਹ ਸਮਝ ਲੱਗ ਸਕੇ। ਤਤਨ ਕੋ ਕਹੋ ਅਬ, ਹੁਣ ਪਹਿਲਾਂ ਪ੍ਰਥਕ ਪ੍ਰਾਕਿਰਤ ਵਿਦ ਸਭੈ ਦੇਹ ਮਾਹੇ ਕੀ। ਪਹਿਲਾਂ ਤੁਸੀਂ ਮੈਨੂੰ ਦੱਸੋ ਕਿ ਅੱਡੋ ਅੱਡ ਰੀਤੀ ਦੱਸੋ। ਸਰੀਰ ਦੇ ਪੰਜ ਤੱਤਾਂ ਤੋਂ ਬਣਿਆ ਤਾਂ ਹੈ, ਪਰ ਪੰਜ ਤੱਤਾਂ ਤੋਂ ਸਰੀਰ ਨਹੀਂ ਬਣਿਆ, ਕਿਉਂਕਿ ਅੱਗੇ ਪ੍ਰਕਿਰਤੀਆਂ ਕਿੰਨੀਆਂ ਹੁੰਦੀਆਂ ਨੇ ਉਹ ਮੈਨੂੰ ਦੱਸਣਾ ਕਰੋ। ਉਤਰ ਬਤਾਵਤੋ ਆਗੇ ਚੱਲ ਜਾਵੋ ਤੁਮ ਨਾ ਤੋ ਉਪਦੇਸ਼ ਲੀਜੈ ਤਜ ਮਤ ਕਾਹੇ ਕੀ। ਕਹਿੰਦੇ ਉੱਤਰ ਦੱਸਣਾ ਕਰੋ ਮੈਨੂੰ ਤਾਂ ਅੱਗੇ ਜਾਇਓ, ਇਸ ਕਰਕੇ ਨਾ ਤੋ ਉਪਦੇਸ਼ ਲੀਜੈ ਤਜੋ ਮਤ ਕਾਹੇ ਕੀ। ਤੇ ਫਿਰ ਤੁਹਾਨੂੰ ਕਾਹਦੀ ਮਤ ਹੈ, ਤੁਸੀਂ ਮੇਰੇ ਕੋਲ ਉਪਦੇਸ਼ ਲਓ। ਜੇ ਇਹਨਾਂ ਚੀਜ਼ਾਂ ਬਾਰੇ ਦੱਸ ਦਿਓ, ਇਹ ਤਾਂ ਹੁਣ ਨਹੀਂ ਨਾ ਆਮ ਬੰਦੇ ਨੂੰ ਪਤਾ ਹੁੰਦੀ। ਇਹ ਸੋਚਦੇ ਗੁਰੂ ਨਾਨਕ ਸਾਹਿਬ ਨੂੰ ਆਮ ਜਿਹਾ ਬੰਦਾ
ਤੇ ਇਹਨੂੰ ਕੀ ਪਤਾ ਲੱਗਣਾ, ਪੰਖੜੀਆਂ, ਚੱਕਰ, ਇਹ ਉਹ ਇਹੋ ਜਿਹੇ ਕੁਐਸਚਨ ਕਰ ਦਿੱਤੇ। ਆਪਾਂ ਆਮ ਬੰਦੇ ਨੂੰ ਹੁਣ ਇਹ ਤੁਸੀਂ ਕੁਐਸਚਨ ਕਰ ਦਿਓ, ਦੁਨੀਆ 'ਚ ਕਿਸੇ ਨੂੰ ਵੀ ਨਹੀਂ ਪਤਾ ਹੈਗਾ ਕਿ ਸਰੀਰ 'ਚ ਕਿੰਨੇ ਚੱਕਰ ਨੇ। ਬਹੁਤ ਘੱਟ ਲੋਕ, ਕੀ ਕਹਿਣਾ 1% ਦੇ ਵਿੱਚੋਂ 100 ਹਿੱਸਾ ਕਰਕੇ ਉਹਦਾ ਗਾਹਾਂ 1 ਹਿੱਸਾ ਕਰੀਏ। ਇੰਨਿਆਂ ਕੁ ਲੋਕਾਂ ਨੂੰ ਪਤਾ ਬਸ ਵੀ ਸਰੀਰ ਅੰਦਰ ਕਿੰਨੇ ਚੱਕਰ ਨੇ, ਕਿੰਨੀਆਂ ਨਾੜਾਂ ਨੇ, ਕਿੰਨੀਆਂ ਪੰਖੜੀਆਂ ਨੇ, ਕਿਹੜੇ ਚੱਕਰ ਦਾ ਕਿਹੜਾ ਰੰਗ ਹੈ, ਕਿਸ ਕਿਸ ਪ੍ਰਕਾਰ ਹੁੰਦਾ, ਇਸ ਤਰ੍ਹਾਂ ਦੀਆਂ ਗੱਲਾਂ ਪੁੱਛਦਾ ਹੈ। ਫੂਲ ਕੋ ਕਮਲ ਦਲ ਚਾਰ ਹੈ, ਅਮਲ ਲਾਲ ਨਾਭ ਤਲੇ ਖੱਟ ਦਲ ਪੀਰੋ ਰੰਗ ਜਾਣੀਏ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਹੁਣ ਤੇਰੇ ਤਾਈਂ ਅਸੀਂ ਦੱਸ ਦਈਏ। ਸੋ ਇਸ ਤਰੀਕੇ ਨਾਲ, ਹਾਂਜੀ ਫਿਰ ਦੁਬਾਰਾ ਪੜ੍ਹ ਦਿਓ। ਫੂਲ ਕੋ ਕਮਲ ਦਲ ਚਾਰ ਹੈ, ਅਮਲ ਲਾਲ ਨਾਭ ਤਲੇ ਖੱਟ ਦਲ ਪੀਰੋ ਰੰਗ ਜਾਣੀਏ। ਹੁਣ ਜਿਹੜਾ ਸਾਰਿਆਂ ਨਾਲੋਂ ਪਹਿਲਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਆਪ ਬੋਲ ਰਹੇ ਨੇ ਗੁਰੂ ਸਾਹਿਬ ਜੀ, ਤੋ ਕਹਿੰਦੇ ਮੂਲਾ ਧਾਰ ਚੱਕਰ ਹੁੰਦਾ, ਕਮਲ ਦਲ, ਉਹ ਕਮਲ ਦਲ ਦੀਆਂ ਪੰਖੜੀਆਂ ਹੁੰਦੀਆਂ ਨੇ, ਮੂਲਾ ਧਾਰ ਚੱਕਰ ਦੀਆਂ 4 ਹੈ, ਅਮਲ ਲਾਲ। ਕਹਿੰਦੇ ਉਹ ਮੈਲ ਤੋਂ ਰਹਿਤ ਤੇ ਉਹ ਲਾਲ ਰੰਗ ਦਾ ਹੁੰਦਾ ਹੈ। ਨਾਭ ਤਲੇ ਖੱਟ ਦਲ, ਤੇ ਇਹ ਜਿਹੜਾ ਹੁੰਦਾ ਧੁੰਨੀ ਦੇ ਹੇਠਲੇ ਪਾਸੇ 6 ਪੰਖੜੀਆਂ ਵਾਲਾ ਹੁੰਦਾ ਚੱਕਰ। ਇਹ ਵੀ ਤੈਨੂੰ ਅਸੀਂ ਦੱਸਦੇ ਹਾਂ ਕਿਉਂਕਿ ਜਿਹਾ ਜਿਹਾ ਕੁਐਸਚਨ ਕੀਤਾ ਜਵਾਬ ਮਹਾਰਾਜ ਨੇ ਉਹੋ ਜਿਹਾ ਹੀ ਦੇ ਦੇਣਾ ਅੱਗੇ। ਇਹ ਸਾਰੀਆਂ ਚੀਜ਼ਾਂ ਅੱਜ ਕੱਲ੍ਹ ਲੋਕਾਂ ਨੂੰ ਥੋੜ੍ਹਾ ਥੋੜ੍ਹਾ ਹੁਣ ਪਤਾ ਲੱਗਣ ਲੱਗ ਪਈਆਂ ਨੇ, ਕਿਉਂਕਿ ਚਲੋ ਇਹ ਚੰਗਾ ਹੋ ਗਿਆ ਕਿ ਰਾਮਦੇਵ ਜੀ ਨੇ ਸਾਰੀ ਦੁਨੀਆ ਨੂੰ ਕੁਝ ਯੋਗ ਬਾਰੇ ਦੱਸਿਆ ਵੀ ਹੈ, ਔਰ ਲੋਕੀ ਉਸ ਪਾਸੇ ਥੋੜ੍ਹਾ ਥੋੜ੍ਹਾ ਚੱਲ ਕੇ ਆਪਣੇ ਸਰੀਰ ਨੂੰ ਥੋੜ੍ਹਾ ਠੀਕ ਕਰਨ ਲੱਗੇ ਨੇ, ਸਵਾਸਾਂ ਦਾ ਚੜਾਉਣਾ ਉਤਾਰਨਾ ਵੀ ਦੇਖਣ ਲੱਗੇ ਨੇ। ਬਿਲਕੁਲ ਹੀ ਬੁੱਝ ਜੇ ਹੋ ਗਏ ਸੀ ਨਾ ਸਾਰੇ ਜਾਣੇ ਹੀ। ਇਸ ਤਰ੍ਹਾਂ ਕਰਨ ਦੇ ਨਾਲ ਫਿਰ ਉਹ ਸਾਰੀਆਂ ਚੀਜ਼ਾਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਪੁੱਛਣ ਲੱਗੇ ਨੇ ਕਿ ਨਾਭ ਤਲੇ ਖੱਟ ਦਲ ਪੀਰੋ ਰੰਗ ਜਾਣੀਏ। ਨਾਭੀ ਦੇ ਥੱਲੇ 6 ਜਿਹੜੇ ਦਲ ਹੁੰਦੇ ਨੇ ਪੱਤਿਆਂ ਵਾਲਾ, ਉਹਦਾ ਪੀਲਾ ਰੰਗ ਜਾਣਨਾ ਕਰੋ। ਨਾਭ ਮੈਦਾ ਸਮ ਦਲ ਨੀਲੋ ਰੰਗ, ਸੋ ਹੈ ਜਾ ਕੋ ਰਿਧੈ ਦਲ ਦਵਾਦਸ ਕੋ ਸੇਤ ਪਹਿਚਾਨੀਏ। ਇਸ ਤਰ੍ਹਾਂ ਕਹਿੰਦੇ ਨੇ ਨਾਭ ਦੇ ਵਿੱਚ ਜਿਹੜਾ ਹੈ ਨਾ, ਨਾਭ ਮੈਂ ਦਸਮ ਦਲ, ਉਹਦੇ 10 ਪੰਖ ਹੁੰਦੇ ਨੇ, 10 ਪੱਤੇ ਹੁੰਦੇ ਨੇ ਉਹਦੇ। ਨੀਲੋ ਰੰਗ ਸੋਹੈ ਜਾਂ ਕੋ, ਉਹਦਾ ਰੰਗ ਜਿਹੜਾ ਨੀਲੇ ਰੰਗ ਦਾ ਸੋਭਨੀਕ ਹੁੰਦਾ। ਆ ਜਿਹੜੇ ਅਭਿਆਸੀ ਪਹਿਲਾਂ ਅਭਿਆਸ ਕਰਦੇ ਨੇ, ਬਹੁਤ ਅਭਿਆਸ ਕਰਦੇ ਨੇ, ਫਿਰ ਉਹਨਾਂ ਨੂੰ ਪਤਾ ਨਹੀਂ ਹੁੰਦਾ ਇਹਨਾਂ ਗੱਲਾਂ ਦਾ। ਜਿਵੇਂ ਬੰਬੇ ਸੀਗੇ, ਆਪਾਂ ਪਹਿਲਾਂ ਵੀ ਦੱਸਿਆ ਜਾਂ ਕਥਾ 'ਚ ਦੱਸਿਆ ਸੀ ਜਪਜੀ ਸਾਹਿਬ ਦੀ ਵਿੱਚ, ਬਈ ਅੱਖਾਂ ਦੀ ਜਦੋਂ ਦਿਵ ਦ੍ਰਿਸ਼ਟੀ ਖੁੱਲ੍ਹਦੀ ਹੈ ਨਾ, ਉਦੋਂ ਇਹ ਰੰਗ ਆਉਂਦੇ ਨੇ ਲਾਲ, ਪੀਲਾ, ਹਰਾ, ਨੀਲਾ। ਜਦੋਂ ਟੀਵੀ ਖੋਲ੍ਹਦੇ ਆ, ਚੈਨਲ ਖੁੱਲ੍ਹਦਾ, ਉਦੋਂ ਉਹ 'ਤੇ ਸੈਟਿੰਗ ਜੀ ਆਉਂਦੀ, ਇੱਕ ਲਾਲ ਪੀਲੀਆਂ ਨੀਲੀਆਂ ਧਾਰੀਆਂ ਜੀ ਆਉਂਦੀਆਂ ਨੇ। ਉਹ ਸੈਟਿੰਗ ਜੀ ਇਸੇ ਕਰਕੇ ਰੰਗਾਂ ਦੀ ਉਹ ਕਰਦੇ ਹੁੰਦੇ ਨੇ। ਉਹ ਇਸੇ ਪ੍ਰਕਾਰ ਜਦੋਂ ਦਿਵ ਦ੍ਰਿਸ਼ਟੀ ਖੁੱਲ੍ਹਣ ਲੱਗਦੀ ਹੈ, ਉਦੋਂ ਆਉਂਦੀਆਂ ਨੇ ਚੀਜ਼ਾਂ ਲਾਲ, ਪੀਲਾ, ਹਰਾ। ਇਹ ਲੋਕ ਡਾਕਟਰਾਂ ਕੋਲ ਚੈੱਕ ਕਰਾਉਂਦੇ ਨੇ, ਉੱਥੇ ਚੈੱਕ ਕਰਾਉਂਦੇ ਨੇ, ਉੱਥੇ ਚੈੱਕ ਕਰਾਉਂਦੇ ਨੇ, ਮੈਨੂੰ ਲਾਲ ਹੀ ਦਿਖੀ ਜਾਂਦਾ। ਕੋਈ ਕਹਿੰਦਾ ਮੈਂ ਪੋਥੀ ਫੜਦਾ, ਮੈਨੂੰ ਲਾਲ ਦਿੰਦੀ, ਕੋਈ ਮੈਨੂੰ ਨੀਲੀ ਦਿੰਦੀ ਹੈ, ਕੋਈ ਕਹਿੰਦਾ ਪੀਲਾ ਦਿੰਦਾ। ਉਹ ਆ ਸਾਰੇ ਚੱਕਰ ਉਦੋਂ ਖੁੱਲ੍ਹ ਰਹੇ ਹੁੰਦੇ ਅਸਲ ਵਿੱਚ। ਫਿਰ ਲਾਸਟ ਤੇ ਵਾਈਟ ਕਲਰ ਆ ਜਾਂਦਾ, ਜੇ ਪਰਮੇਸ਼ਰ ਦਾ ਰੰਗ ਆ ਜਿਹੜਾ। ਇਸ ਤਰ੍ਹਾਂ ਕਰਨ ਦੇ ਨਾਲ ਇਹ ਜਿਹੜੇ ਆਮ ਲੋਕ ਨੇ ਫਾਈਲਾਂ ਤਿਆਰ ਕਰਕੇ, ਜਿਹੜੇ ਵਕੀਲ ਸਾਹਿਬ ਨੇ ਆਪਣੇ ਅੱਜ ਕੱਲ੍ਹ ਬਣੇ ਹੋਏ, ਇਹ ਕਹਿਣਗੇ ਇਹ ਗੱਲਾਂ ਹੁੰਦੀਆਂ ਹੀ ਨਹੀਂ, ਇਹ ਜੋਗੀਆਂ ਦਾ ਮੱਤ ਹੈ, ਫਲਾਨਾ ਮੱਤ ਹੈ, ਢਿਮਕਾ ਮੱਤ ਹੈ। ਉਹ ਕਦੇ 5 ਮੂਲ ਮੰਤਰ ਤਾਂ ਪੜ੍ਹੇ ਨਹੀਂ ਪਿਆਰਿਓ ਬੈਠ ਕੇ, ਬਾਣੀਆਂ ਤਾਂ 3 ਹੀ ਕਹੀ ਜਾਂਦੇ ਸਵੇਰ ਦੀਆਂ, ਤੇ ਸਹਿਜ ਪਾਠ ਤਾਂ ਤੁਸੀਂ ਕਰ ਹੀ ਲੈਣਾ ਮੇਰੇ ਖਿਆਲ 'ਚ। ਫਿਰ ਕਹਿੰਦੇ ਕਿ ਲੋਕਾਂ ਕੋਲ ਹੁਣ ਟਾਈਮ ਨਹੀਂ ਗਾ। ਫਿਰ ਇਹਦਾ ਮਤਲਬ ਅੱਜ ਤੋਂ 10 ਸਾਲਾਂ ਲੋਕਾਂ ਕੋਲ ਹੋਰ ਟਾਈਮ ਨਹੀਂ, ਤੁਸੀਂ ਇਹਦਾ ਮਤਲਬ ਘਟਾ ਕੇ ਇੱਕ ਜਪਜੀ ਸਾਹਿਬ ਇਕੱਲਾ ਕਰ ਦਿਓਗੇ। ਫਿਰ ਤੁਸੀਂ ਕਹੋਗੇ 5 ਪੌੜੀਆਂ ਹੀ ਬਹੁਤ ਹੈ, ਫਿਰ ਤੁਸੀਂ ਕਹੋ 1 ਓਂਕਾਰ ਹੀ ਕਹਿ ਲਿਆ ਕਰੋ, ਫਿਰ ਉਸ ਤੋਂ ਬਾਅਦ ਖਤਮ ਹੀ ਕਰ ਦਿਓਗੇ। ਉਹ ਜਿਵੇਂ ਇੱਥੇ ਵੀ ਕਾਏ ਸੀ 1 2 1 2 1 2 1 2। ਮੈਂ ਕਿਹਾ ਓਏ ਪਹਿਲਾਂ ਤਾਂ ਚੰਗਾ ਭਲਾ ਲੋਕ ਬਾਣੀ ਦਾ ਪ੍ਰਚਾਰ ਕਰਦੇ ਸੀ, ਫਿਰ ਹੌਲੀ ਹੌਲੀ ਉਹ ਲੋਕ ਮੂਲ ਮੰਤਰ ਦਾ ਹੋ ਗਿਆ। ਫਿਰ ਕਈ ਇਹੋ ਜਿਹੇ ਆਏ ਜਿਹੜੇ ਕਹਿੰਦੇ ਬਸ ਬਾਣੀ ਪੜ੍ਹਨ ਦੀ ਲੋੜ ਨਹੀਂ, ਵਾਹਿਗੁਰੂ ਵਾਹਿਗੁਰੂ ਕਰੀ ਜਾਓ। ਚਲੋ ਉਹ ਵੀ ਚੰਗਾ ਸੀ। ਮੈਂ ਕਿਹਾ ਵਾਹਿਗੁਰੂ ਤਾਂ ਕਹਾਉਂਦਾ, 1 ਓਂਕਾਰ ਤਾਂ ਕਹਾਉਂਦਾ, ਆ ਓਂਗ ਦਾ ਕੋਈ ਅਭਿਆਸ ਤਾਂ ਕਰਾਉਂਦਾ। ਚਲੋ ਓਂਗ ਨਾਮ ਵੀ ਪਰਮੇਸ਼ਰ ਦਾ ਹੀ ਮੰਨ ਲਓ। ਇਹ ਆੜਾ 1 2 1 2 ਇਹ ਕੀ ਹੋਇਆ? 1 2 1 2। ਕਮਾਲ ਦੀ ਗੱਲ ਹੈ ਵੀ ਉਹ ਵਾਹਿਗੁਰੂ ਵਾਹਿਗੁਰੂ ਨਹੀਂ ਕਹਾ ਸਕਦਾ ਤੂੰ। 1 2 1 2 ਕਹਾ ਕੇ ਲੋਕਾਂ ਨੂੰ ਕਿਉਂ ਤੋੜਦਾ ਬਾਣੀ ਨਾਲੋਂ? ਇਸ ਕਰਕੇ ਉਹ ਨਾਮ ਨਾਲੋਂ ਹੀ ਤੋੜੀ ਜਾਂਦੇ ਲੋਕਾਂ ਨੂੰ। ਅਖੇ ਨਬਜ ਤੇ ਹੱਥ ਰੱਖ ਕੇ ਕਹੋ 1 2 1 2, ਫਿਰ 9 ਵੀ ਹੋਰ ਹੀ ਪੁੱਠਾ ਰੱਖਿਆ ਹੋਇਆ। ਇਹ ਸਾਰੀਆਂ ਗੱਲਾਂ ਐਵੇਂ ਲੋਕਾਂ ਨੂੰ ਗੇੜੇ ਖਵਾਉਣ ਨੂੰ ਹੀ ਨੇ। ਕਥਾ 'ਚ ਨਹੀਂ ਹੁੰਦਾ ਕੁਛ, ਸਾਰਾ ਕੁਛ ਹੀ ਮਿਲਦਾ। ਬਾਣੀ ਕੱਲੀ ਪੜ੍ਹੀ ਸਾਰਾ ਕੁਛ ਮਿਲ ਜਾਂਦਾ।
ਇਹ ਉਲਝਣ 'ਚ ਪਾਉਣ ਦੀ ਕੀ ਲੋੜ ਆ ਕਿਸੇ ਨੂੰ 1 2 1 2 'ਚ। ਅੱਗੇ ਤਾਂ ਅਸੀਂ 1 2 1 2 'ਚੋਂ ਕੱਢਣ ਰਹੇ ਲੋਕਾਂ ਨੂੰ, ਤੁਸੀਂ ਪਾਈ ਜਾਂਦੇ ਹੋ। ਉਹ ਮੈਂ ਕਹਿੰਦਾ 1 ਤੇ 2 12 ਪਾਠ ਜਪਜੀ ਸਾਹਿਬ ਦੇ ਕਰ ਲਓ, ਇਹਦੇ ਨਾਲ ਬਹੁਤ ਕੁਝ ਹੋ ਜਾਂਦਾ। ਆ ਇੱਕ ਸਿੰਘ 10 ਪਾਠ ਜਪਜੀ ਸਾਹਿਬ ਦੇ 4 ਘੰਟੇ ਸਿਮਰਨ ਕਰਦਾ ਰਾਤ ਨੂੰ, ਸਾਰੀ ਅਵਸਥਾ ਬਣੀ ਪਈ ਉਹਦੀ। ਆ ਸਾਰੀਆਂ ਚੀਜ਼ਾਂ ਤੋਂ ਪਾਰ ਹੋ ਗਿਆ। ਤਾਂ ਮੇਰੇ ਦੇਖਦਿਆਂ ਸੈਂਕੜੇ ਜਾਣੇ ਨੇ ਜਿਹੜੇ ਹੁਣ ਪਾਰ ਹੋ ਗਏ ਸਾਰੀਆਂ ਅਵਸਥਾ ਇਹਨਾਂ ਨੂੰ, ਔਰ ਪਾਰ ਹੋ ਕੇ ਉਹਨਾਂ ਨੂੰ ਮਹਾਰਾਜ ਦੀ ਕਿਰਪਾ ਬਹੁਤ ਜ਼ਿਆਦਾ ਹੈ ਇਸ ਵਕਤ। ਇਹ ਜਿਹੜੇ ਲੋਕ ਨੇ ਇੱਕ ਤਾਂ ਅਧਖੜ ਜੇ ਜਿਹੜੇ ਖਰਾਬ ਬੜਾ ਕਰਦੇ ਨੇ, ਜਿਵੇਂ ਪਹਿਲਾਂ ਵੀ ਸੁਣਾਈ ਸੀ ਗੱਲ ਇੱਕ ਕਿ ਛੋਟੇ ਸੱਪ ਨੇ ਵੱਡਾ ਡੱਡੂ ਮੂੰਹ 'ਚ ਪਾ ਲਿਆ, ਨਾ ਤਾਂ ਉਹਨੂੰ ਛੱਡੇ ਨਾ ਗਾਹਾਂ ਲੰਘਾਵੇ, ਡੱਡੂ ਦੀਆਂ ਚੀਕਾਂ ਪਵਾਈ ਜਾਵੇ ਐਵੇਂ। ਇਹ ਜਿਹੜੇ ਨਕਲੀ ਗੁਰੂ ਨੇ ਨਾ, ਇਹ ਚੇਲੇ ਤਾਂ ਬਣਾ ਲੈਂਦੇ ਨੇ। ਇਹ ਜਿਹੜੇ ਆਹ ਫਾਈਲਾਂ ਵਾਲੇ ਸਾਡੇ ਵਕੀਲ ਨੇ, ਇਹ ਵੀ ਗਾਹਾਂ ਲੋਕਾਂ ਨੂੰ ਪ੍ਰਚਾਰ ਤਾਂ ਕਰ ਦਿੰਦੇ ਨੇ, ਪਰ ਇਹ ਗਾਹਾਂ ਕਰ ਕੁਛ ਨਹੀਂ ਸਕਦੇ ਹੈ। ਉਹਨਾਂ ਨੂੰ ਨਾ ਤਾਂ ਸਿਰੇ ਲਾਉਣਾ ਨਾ ਵਾਸਤਾ, ਐਵੇਂ ਵਿਚਾਰੇ ਨੂੰ ਵਿਚਾਲੇ ਉਲਝਾਈ ਫਿਰਨਾ। ਸਹੀ ਸੇਧ ਕਦੇ ਕੋਈ ਦਿੰਦਾ ਹੀ ਨਹੀਂ ਹੈ। ਕੰਠ ਕੋ ਕਮਲ ਦਲ 16 ਹੈ ਅਮਲ, ਭੇਦ ਤਿਰ ਕੁੱਟੀ ਮੈਂ ਦੋਏ ਦਲ, ਸੁਖ ਧਾਮ ਸੁਖ ਦਾਨੀਏ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਕੰਠ ਦੇ ਵਿੱਚ ਜੇ ਗਲ ਦੇ ਵਿੱਚ ਨਾ ਜਿਹੜਾ ਹੈ ਸਾਡੇ ਜਿਹੜੀ ਚੀਜ਼ ਆ, ਕੰਠ ਕੋ ਕਮਲ ਦਲ 16 ਹੈ ਅਮਲ ਭੇਦ। ਕਹਿੰਦੇ ਇਸ ਤਰ੍ਹਾਂ ਇਹ ਜਿਹੜਾ ਹੁੰਦਾ ਹੈ 16 ਦਲ 16 ਪੱਤਰੇ ਆਦਿਕ ਹਨ ਉੱਥੇ ਉਸ ਥਾਂ ਦੇ ਉੱਤੇ। ਤੋ ਤ੍ਰਿਕੁਟੀ ਮੈਂ ਦੋਏ ਦਲ ਧਾਮ ਸੁਖ ਦਾਨੀਏ। ਤ੍ਰਿਕੁਟੀ ਦੇ ਵਿੱਚ ਜਾ ਕਰਕੇ 2 ਜਿਹੜੀਆਂ ਪੰਖੜੀਆਂ ਆ ਜਾਂਦੀਆਂ ਹਨ। ਇਸ ਤਰ੍ਹਾਂ ਕਰਨ ਦੇ ਨਾਲ ਇਹ ਚੀਜ਼ਾਂ ਅਭਿਆਸ ਨਾਲ ਪਤਾ ਲੱਗਦੀਆਂ ਨੇ। ਹੁਣ ਪਹਿਲੀ ਕਲਾਸ ਵਿੱਚ ਆਪਾਂ ਐਮਏ ਦਾ ਲੈਸਨ ਦੇ ਰਹੇ ਹਾਂ, ਸਵਾਦ ਜਿਹਾ ਨਹੀਂ ਆਉਂਦਾ, ਪਰ ਜਿਨ੍ਹਾਂ ਨੂੰ ਤਾਂ ਪਤਾ ਉਹਨਾਂ ਨੂੰ ਤਾਂ ਪਤਾ ਵੀ ਕੀ ਕਿੱਥੇ ਕਿੱਥੇ ਖੁੱਲ੍ਹਦਾ ਹੈ। ਉਹ ਆਪਣੀ ਮਿਹਨਤ ਨਾਲ ਇਹਨਾਂ ਚੀਜ਼ਾਂ ਨੂੰ ਖੋਲ੍ਹ ਸਕਦੇ ਨੇ, ਉਹਨਾਂ ਦੇ ਅੰਦਰ ਸਾਰੀਆਂ ਸ਼ਕਤੀਆਂ ਆ ਸਕਦੀਆਂ ਹਨ। ਭੇਦ ਇਨ ਜਾਏ ਖਟ ਚੱਕਰ ਜੋ ਲਾਏ, 10 ਦੁਆਰ ਠਹਿਰਾਏ ਬਾਏ ਐਸੀ ਵਿਦ ਮਾਨੀਏ। ਭੇਦ ਇਹਨਾਂ ਦਾ ਜਿਹੜਾ ਜਾਣ ਲੈਂਦਾ, ਖਟ ਚੱਕਰ ਜੋ ਲਾਏ 6 ਜਿਹੜੇ ਚੱਕਰ ਕਹੇ ਅਸੀਂ, ਤੇ 10ਵੇਂ ਦੁਆਰ ਜਿਹੜਾ ਫਿਰ ਜਾ ਕਰਕੇ 10 ਦੁਆਰ ਜਿਹੜੇ ਉਹ 10ਵੇਂ ਦੁਆਰ ਵਿੱਚ ਪ੍ਰਾਣਾਂ ਨੂੰ ਠਹਿਰਾਉਂਦੇ ਨੇ ਬਾਏ ਆਪਣੀ ਪਾਉਣ ਨੂੰ। ਐਸੀ ਵਿਦ ਮਾਨੀਏ ਤਾਂ ਜੋਗੀਆਂ ਦਾ ਹੈ ਪਾਉਣ ਠਹਿਰਾਉਣੀ ਜਿਹੜੀ। ਤੇ ਆਪਣਾ ਜਿਹੜਾ ਹੁੰਦਾ ਉਹ ਨਾਮ ਦੇ ਨਾਲ ਹੀ ਸੁਣਿਆ ਜੋਗ ਜੁਗਤ ਤਾਂ ਭੇਦ ਸੁਤੇ ਸਿੱਧੀ ਖੁੱਲ ਜਾਂਦਾ। ਆਪਾਂ ਨੂੰ ਕੁਝ ਕਰਨ ਦੀ ਲੋੜ ਨਹੀਂ ਪੈਂਦੀ, ਸਿਰਫ ਪਾਠ ਕਰੀ ਜਾਓ। ਪਾਠ ਦੇ ਕਰਨ ਨਾਲ ਹੀ ਸਾਰਾ ਕੁਝ ਹੋ ਜਾਂਦਾ। ਐਸੇ ਜਿਹੜੇ ਆਪਣੇ ਪੰਥ ਵਿੱਚ ਅਭਿਆਸੀ ਨੇ ਬਹੁਤ ਨਾਮ ਜਪਣ ਵਾਲੇ, ਉਹ ਪਾਠ ਕਰਦਿਆਂ ਹੀ ਮੈਨੂੰ ਕਹਿਣਗੇ ਆਹ ਗੱਲ ਹੁੰਦੀ ਹੈ, ਠੀਕ ਹੈ। ਵੀ ਇੱਕ ਬੰਦੇ ਨੇ ਮੈਨੂੰ ਦੱਸਿਆ, ਉਹ ਕਹਿੰਦਾ ਇਹ ਮੈਂਟਲੀ ਅਪਸੈਟ ਹੋ ਗਿਆ, ਇਹਨੂੰ ਡਾਕਟਰ ਦੇ ਲੈ ਕੇ ਜਾਓ। ਮੈਂ ਕਹਿੰਦਾ ਮੈਨੂੰ ਕਹਿੰਦਾ ਤੂੰ ਤਾਂ ਨਹੀਂ ਮੈਂਟਲੀ ਕਹੇਗਾ, ਮੈਂ ਨਹੀਂ ਕਹਿੰਦਾ ਤੈਨੂੰ ਮੈਂਟਲੀ। ਕਹਿੰਦਾ ਪੇਟ ਦੇ ਅੰਦਰ ਨਾ ਆਵਾਜ਼ ਜੀ ਆਉਂਦੀ ਢੋਲਕੀਆਂ ਜਾਂਦੀ, ਮੈਂ ਕਿਹਾ ਆਉਂਦੀ ਹੁੰਦੀ ਹੈ। ਹੁਣ ਜਿਹਨੂੰ ਪਤਾ ਹੀ ਨਹੀਂ ਉਹ ਕਹੂਗਾ ਉਹ ਤੇ ਲੈ ਵੀ ਡਾਕਟਰ ਨੂੰ ਦਿਖਾਓ, ਪੇਟ ਦੇ ਡਾਕਟਰ ਨੂੰ ਦਿਖਾਓ, ਤੁਰੇ ਫਿਰੋ ਸਾਰੀ ਦੁਨੀਆ 'ਚ। ਇਸ ਕਰਕੇ ਜਦੋਂ ਇਹ ਜਿਹੜਾ ਰਸਤਾ ਹੈ ਵੱਖਰਾ ਹੈ, ਆਮ ਬੰਦੇ ਦੀ ਸਮਝ ਤੋਂ ਸਾਰੀਆਂ ਗੱਲਾਂ ਪਰੇ ਹੁੰਦੀਆਂ ਨੇ। ਕੌਣ ਦਸ ਸੁਨੋ ਨਾਮ ਪ੍ਰਾਨ ਹੈ ਅਮਾਨ, ਤੋ ਜਾਨੀਏ ਸਮਾਨ ਉਹਦੇ ਅਨ ਹੈ ਪਿਆਨ ਸੋ। ਹੁਣ ਐਸੀ ਜਿਹੜੀਆਂ ਸਾਰੀਆਂ ਵਿਧੀਆਂ ਦੱਸ ਤਾਂ ਦਈਏ ਅੱਗੇ, ਪਰ ਸਮਾਂ ਹੋ ਚੁੱਕਿਆ। ਇਸ ਕਰਕੇ ਆਪਾਂ ਹੁਣ ਇਹ ਕੱਲ ਨੂੰ ਵਿਚਾਰ ਕਰਾਂਗੇ। ਆਪਾਂ ਇਹਦੀ ਦੁਬਾਰੇ ਵੀ ਵਿਚਾਰ, ਮੈਂ ਮੋਟੀ ਜੀ ਵਿਚਾਰ ਹੀ ਕੀਤੀ, ਜ਼ਿਆਦਾ ਡੂੰਘਾਈ 'ਚ ਨਹੀਂ ਗਿਆ। ਸਿਰਫ ਇਹ ਸਾਰੇ ਚੱਕਰ ਹੀ ਹੁੰਦੇ ਨੇ, ਕਿਹਦੇ ਕਿੰਨੇ ਆਮ ਤੌਰ ਤੇ ਇਹਦੇ ਬਣੇ ਬਣਾਏ ਸਾਰੇ ਨਕਸ਼ੇ ਮਿਲ ਜਾਂਦੇ ਨੇ। ਇਹ ਸਿਰਫ ਮਹਾਰਾਜ ਜੋ ਉਹਨੂੰ ਜਵਾਬ ਦੇ ਰਹੇ, ਕਿਉਂਕਿ ਉਹ ਮੂਹਰੋਂ ਟਕਰਾ ਗਿਆ ਹੈ ਜਾਂ ਬੰਦਾ। ਇਹ ਚੀਜ਼ਾਂ ਜ਼ਿਆਦਾਤਰ ਆਮ ਨਹੀਂ ਬਾਹਲਾ ਰੌਲਾ ਪਾਈਦਾ, ਕਿਉਂਕਿ ਇਹ ਆਮ ਬੰਦਿਆਂ ਤੇ ਇਹਨਾਂ ਗੱਲਾਂ ਦਾ ਪਤਾ ਹੀ ਨਹੀਂ ਹੁੰਦਾ। ਉਹ ਵਿੱਚੇ ਮੈਨੂੰ ਰਗੜਨਗੇ ਵੀ ਇਹ ਐਵੇਂ ਮਾਰੀ ਜਾਂਦਾ ਗੱਲਾਂ ਦੀਆਂ ਫਾਲਤੂ, ਤੇ ਹੋਰ ਲੋਕਾਂ ਨੂੰ ਵਿੱਚ ਕਹਿਣਗੇ ਇਹ ਵੀ ਐਵੇਂ ਮਾਰੀ ਜਾਂਦੇ ਨੇ। ਉਹ ਉਹਨਾਂ ਨੂੰ ਨਾ ਤਾਂ ਪਤਾ ਹੁੰਦਾ ਕਿਸੇ ਗੱਲ ਦਾ, ਪਰ ਫੇਰ ਵੀ ਆਪਾਂ ਇਹ ਗੱਲ ਦੀ ਮੋਟੀ ਨੌਲੇਜ ਲਈ, ਜ਼ਿਆਦਾ ਨਹੀਂ। ਜੇ ਆਪਾਂ ਬਹੁਤੇ ਜ਼ਿਆਦਾ ਡੂੰਘਾਈ ਦੇ ਵਿਸਥਾਰ ਵਿੱਚ ਜਾਂਦੇ ਹਾਂ, ਉਹ ਅੱਗੇ ਜਾ ਕੇ ਜਿਹੜੀ ਕਥਾ ਭਰੀ ਹੋਈ ਹੈ ਪਹਿਲਾਂ ਭਰੀ ਸੀ ਇੱਕ ਆਤਮਿਕ ਗਿਆਨ ਕਥਾ, ਜਿਹੜੀ ਪਹਿਲੀਆਂ ਸੀੜੀਆਂ ਵਿੱਚ, ਉਹਦੇ ਵਿੱਚ ਸਾਰਾ ਵਿਸਥਾਰ ਨਾਲ ਹੈ। ਫਿਰ ਜਿਹੜੀ ਜਪਜੀ ਸਾਹਿਬ ਦੀ ਕਥਾ ਉਹਦੇ ਵਿੱਚ ਵੀ ਸਾਰਾ ਵਿਸਥਾਰ ਨਾਲ ਹੈ। ਇਸ ਕਰਕੇ ਤੁਸੀਂ ਜੇ ਪ੍ਰਾਪਤ ਕਰਨੀ ਹੈ ਕੋਈ ਇਹੀ ਚੀਜ਼, ਵੈਸੇ ਤਾਂ ਇਹਨਾਂ ਰਸਤਿਆਂ ਦੀ ਲੋੜ ਹੀ ਨਹੀਂ ਹੁੰਦੀ, ਸਿੱਧਾ ਗਾਵੀਆ ਸੁਣੀਆ ਮਨ ਰੱਖੀਆ ਭਾਓ, ਮਨ ਦੀ ਇਕਾਗਰਤਾ। ਪਰ ਇਹ ਖੁੱਲ੍ਹਦੇ ਜ਼ਰੂਰ ਨੇ, ਇੱਛਾ ਕਰੋ ਜਾਂ ਨਾ ਕਰੋ। ਇਹ ਸਾਰੀਆਂ ਚੀਜ਼ਾਂ ਨੇ ਖੁੱਲ੍ਹਣ ਤੋਂ ਬਾਅਦ, ਇਹ ਸਾਰੀ ਸਾਡੀ ਬਿਰਤੀ ਖੁੱਲ੍ਹਣ ਤੋਂ ਬਾਅਦ, ਦਿਵ ਦ੍ਰਿਸ਼ਟੀ ਖੁੱਲ੍ਹਣ ਤੋਂ ਬਾਅਦ ਹੀ ਸਾਰਾ ਕੁਝ ਨਜ਼ਰ ਆਉਣ ਲੱਗਦਾ। ਇਹ ਹਿਰਦੇ ਦੇ ਅੰਦਰ ਸਾਰੇ ਚੱਕਰ ਜਿੰਨੇ ਨੇ, ਕਿਉਂਕਿ ਇਹ ਜੋਤਾਂ ਰੱਖੀਆਂ ਹੋਈਆਂ ਅੰਦਰ। ਆ ਜਿਹੜਾ ਆਪਣਾ ਦਿਲ ਧੜਕਦਾ, ਇੱਥੇ ਵੀ ਇੱਕ ਜੋਤ ਹੈ। ਇਹ ਜੋਤ ਹੀ ਦਿਲ ਨੂੰ ਚਲਾਉਂਦਾ, ਤੇ ਜੋਤ ਹੀ ਸਾਡੇ ਹਿਰਦੇ 'ਚ ਹੈ, ਜੋਤ ਹੀ ਸਾਡੇ ਕਾਲਜੇ 'ਚ ਹੈ, ਜੋਤ ਹੀ ਧੁੰਨੀ ਦੇ ਵਿੱਚ ਹੈ, ਜਿੱਥੇ 9 ਸਵਾਸਾਂ ਦੀ ਗੱਠ ਸਾਡੇ ਪ੍ਰਾਣਾਂ ਨੂੰ ਚਲਾਉਂਦੀ ਹੈ।
ਪੂਰੇ ਸਰੀਰ ਵਿੱਚ ਜੋਤ ਕੰਮ ਕਰਦੀ ਤੇ ਜੋਤ ਹੀ ਸਿਰ ਦੇ ਵਿੱਚ ਹੈ। ਹਾਂ, ਸਾਇੰਸ ਨੇ ਤਾਂ ਲੱਭ ਲਈ ਇਹ ਜੋਤ, ਦੇਖੀ ਤਾਂ ਨਹੀਂ, ਪਰ ਉਹਨਾਂ ਨੇ ਇੱਕ ਦਿਨ ਡਿਸਕਵਰੀ ਤੇ ਸਾਰਾ ਕੁਝ ਦਿਖਾਇਆ ਸੀ। ਮੈਂ ਕਿਹਾ ਗੁੱਡ, ਬਹੁਤ ਅੱਛਾ ਕੀਤਾ ਤੁਸੀਂ ਇਹ ਚੀਜ਼ ਦੇਖ ਲਈ, ਤੁਹਾਨੂੰ ਪਤਾ ਲੱਗ ਗਿਆ। ਉਹ ਕਹਿੰਦੇ ਹਰ 2 ਸੈਕਿੰਡ ਬਾਅਦ ਉਹ ਜੋਤ ਐ ਜਾਂਦੀ ਦਿਖਾਈ ਸੀ ਉਹਨਾਂ ਨੇ, ਸਾਰੇ ਦਿਮਾਗ ਦੇ ਵਿੱਚ ਕੰਮ ਕਰਦੀ, ਬਿਲਕੁਲ ਰੰਗ ਵੀ ਉਹੀ ਦਿਖਾਇਆ ਸੀ ਉਹਨਾਂ ਨੇ। ਇਸ ਕਰਕੇ ਉਹਨਾਂ ਨੂੰ ਹੋ ਸਕਦਾ ਹੈ ਜਦੋਂ ਸਾਇੰਸ ਨੇ ਇਹ ਚੀਜ਼ ਲੱਭ ਲਈ, ਜਦੋਂ ਉਹ ਦੱਸਣਗੇ ਫਿਰ ਸ਼ਾਇਦ ਲੋਕ ਮੰਨ ਜਾਣਗੇ ਵੀ ਵਾਕਈ ਗੱਲ ਤਾਂ ਸਹੀ ਹੈ। ਇੱਕ ਟਾਈਮ ਤੇ ਆ ਕੇ ਇਹ 2 ਲਾਈਨਾਂ ਜਿਹੜੀਆਂ ਵੱਖੋ ਵੱਖਰੀਆਂ ਨੇ ਨਾ, ਹੋ ਸਕਦਾ ਸਾਇੰਸ ਤੇ ਪਰਮੇਸ਼ਰ ਦੀ ਲਾਈਨ ਫਿਰ ਇੱਕ ਜਗ੍ਹਾ ਜਾ ਕੇ ਇੱਕੋ ਜੰਕਸ਼ਨ ਤੇ ਇਕੱਠੀਆਂ ਹੋ ਜਾਣ, ਫਿਰ ਦੁਨੀਆ ਵੀ ਸਾਰੀ ਮੰਨ ਜਾਏਗੀ। ਲਓ ਵੀ ਸਾਇੰਸ ਨੇ ਇੰਨੇ ਚਿਰ ਬਾਅਦ ਇਹ ਖੋਜਾਂ ਕਰ ਲਈਆਂ ਹਨ। ਸਾਇੰਸ ਇਸ ਖੋਜ ਤੱਕ ਪਹੁੰਚ ਵੀ ਜਾਵੇਗੀ ਜੇ ਪਰਮੇਸ਼ਰ ਦੀ ਮਰਜ਼ੀ ਹੋਈ ਤਾਂ। ਜੇ ਬੰਦਗੀ ਨਾਲ ਹੀ ਉੱਥੇ ਪਹੁੰਚਣਾ ਫਿਰ ਉਹ ਵੀ ਮਰਜ਼ੀ ਹੈ ਪਰਮੇਸ਼ਰ ਦੀ, ਪਰ ਜੇ ਪਰਮੇਸ਼ਰ ਜੀ ਉਹਨਾਂ ਨੂੰ ਐਂ ਦਿਖਾ ਦੇਣ ਤਾਂ ਉਹ ਵੀ ਸਾਰੇ ਮੰਨ ਕੇ, ਸਾਰੀ ਦੁਨੀਆ ਹੀ ਵਿੱਚੇ ਸਾਇੰਸਦਾਨ, ਵਿੱਚੇ ਆਮ ਪੜ੍ਹੇ ਲਿਖੇ, ਵਿੱਚੇ ਅਨਪੜ੍ਹ, ਸਾਰੀ ਦੁਨੀਆ, ਹਰ ਦੇਸ਼ ਦਾ ਵਿਅਕਤੀ ਹੀ ਕਹੇਗਾ ਪਰਮੇਸ਼ਰ ਹੈ, ਔਰ ਪਰਮੇਸ਼ਰ ਦਾ ਸਾਰੇ ਹੀ ਨਾਂ ਜਪਣ ਲੱਗ ਜਾਣਗੇ। ਫਿਰ ਸਾਰੇ ਬ੍ਰਹਿਮੰਡਾਂ ਚੋਂ, ਸਾਰੀ ਦੁਨੀਆ ਚੋਂ ਇੱਕੋ ਹੀ ਆਵਾਜ਼ ਆਵੇਗੀ, ਵਾਹਿਗੁਰੂ 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 ਵਾਹਿਗੁਰੂ